ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਭਈ ਪ੍ਰਭਾਤ ਮਹਾਰਾਜ ਕੇ ਮਿਲੇ ਪਰਸ ਪਰ ਬਿੰਦ। ਨਹਿ ਮਾਨੀ ਕਉ ਰਾਨ ਸਭ ਸ੍ਰੀ ਗੁਰ ਗਿਰਾ ਬਿਲੰਦ। ਭਈ ਪ੍ਰਭਾਤ ਮਹਾਰਾਜ ਕੇ ਮਿਲੇ ਪਰਸ ਪਰ ਬ੍ਰਿੰਦ। ਨਹਿ ਮਾਨੀ ਕਉ ਰਾਨ ਸਭ ਸ੍ਰੀ ਗੁਰ ਗਿਰਾ ਬਿਲੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਦੀ ਖਜ਼ਾਨੇ ਹਾਜ਼ਰਾ ਹਜੂਰ ਜਹਰਾ ਜਹੂਰ। ਲੋਕ ਪਰਲੋਕ ਦੇ ਰੱਖਿਅਕ ਸੱਚੇ ਸ਼ਹਿਨਸ਼ਾਹ ਨੇਚਲ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਸ਼ਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਬੇਅੰਤ ਵਡਭਾਗੇ ਹਾਂ ਸਤਿਗੁਰਾਂ ਦੇ ਦਰਸ਼ਨ ਪਰਸਨ ਦਾ, ਚਰਨ ਸ਼ਰਨ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਨ ਦਾ ਸੁਭਾਗ ਆਪਾਂ ਸਰਬੱਤ ਸੰਗਤਾਂ ਨੂੰ ਨਿਤਾ ਪ੍ਰਤੀ ਪ੍ਰਾਪਤ ਹੋ ਰਿਹਾ ਹੈ। ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ, ਪਤਿਤ ਪਾਵਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਪ੍ਰਸੰਗ ਆਪ ਜੀ ਨਿਤਾ ਪ੍ਰਤੀ ਲੜੀਵਾਰ ਰੂਪ ਅੰਦਰ ਸ਼ਰਵਣ ਕਰਕੇ ਆਪਣੇ ਮਨੁੱਖਾ ਜਾਮੇ ਨੂੰ ਸਮੇਂ ਨੂੰ ਸਫਲ ਬਣਾ ਰਹੇ ਹੋ। ਜੋ ਪ੍ਰਸੰਗ ਖਾਲਸਾ ਜੀ ਪਿਛਲੇ ਦੀਵਾਨ ਵਿੱਚ ਆਪਾਂ ਸ਼ਰਵਣ ਕੀਤਾ, ਧੰਨ ਗੁਰੂ ਹਰਿ ਰਾਏ ਸਾਹਿਬ ਜੀ ਗਰੀਬ ਨਵਾਜ ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦੇ ਹੋਏ, ਜਿੱਥੇ ਅਜੋਕੇ ਸਮੇਂ ਵਿੱਚ ਮਹਾਰਾਜ ਨਗਰ ਸਾਧ ਸੰਗਤ ਜੀ, ਇੱਥੇ ਜੋ ਗੁਰੂਸਰ ਸਾਹਿਬ ਸਥਾਨ ਹੈ, ਇੱਥੇ ਮਹਾਰਾਜ ਗਰੀਬ ਨਵਾਜ ਗੁਰੂ ਹਰਿ ਰਾਏ ਸਾਹਿਬ ਜੀ ਨੇ ਚਰਨ ਪਾਏ। ਉਹੀ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਇੱਧਰ ਆਏ ਤੇ ਮਹਾਰਾਜ ਦੇ ਵੀ ਚਰਨ ਪਏ ਸਨ। ਤਾਂ ਇਹਨਾਂ ਦਿਨਾਂ ਵਿੱਚ ਸਾਧ ਸੰਗਤ ਜੀ ਜਦੋਂ ਸਤਿਗੁਰੂ ਹਰਿ ਰਾਏ ਸਾਹਿਬ ਜੀ ਇਸ ਇਲਾਕੇ ਵਿੱਚ ਆਏ, ਇਹ ਜਿਹੜਾ ਇਲਾਕਾ ਸੀ, ਜਿਹੜੇ ਕੌੜੇ ਜ਼ਿਮੀਂਦਾਰ ਸਨ, ਭਾਵ ਕੋਈ ਬਜ਼ੁਰਗ ਕੌੜਾ ਨਾਮ ਕਰਕੇ ਪਿੱਛੇ ਹੈ ਸੀ, ਅਤੇ ਇਹਨਾਂ ਦੀ ਕੁੱਲ ਖਾਨਦਾਨ ਬਹੁਤ ਵੱਧ ਫੁੱਲ ਰਿਹਾ ਸੀ, ਅਤੇ ਭਾਰੀ ਇਹਨਾਂ ਦਾ ਇਲਾਕਾ, ਭਾਰੀ ਇਹਨਾਂ ਦੇ ਸਾਧ ਸੰਗਤ ਜੀ ਸ਼ਰੀਕੇ ਕਬੀਲੇ ਹੋਣ ਕਰਕੇ ਬਹੁਤ ਇਹਨਾਂ ਦਾ ਇਕੱਠ ਅਤੇ ਇਤਫਾਕ ਪ੍ਰੇਮ ਵੀ ਬਹੁਤ ਹੈ। ਔਰ ਇਹ ਇਲਾਕਾ ਜਿਹੜਾ ਸੀ ਖੁੱਲ੍ਹੀ ਜ਼ਮੀਨ ਜਾਇਦਾਦ ਹੋਣ ਕਰਕੇ ਸਾਰਾ ਇਲਾਕਾ ਇਹਨਾਂ ਦੇ ਅਧੀਨ ਆਉਂਦਾ ਸੀਗਾ। ਅਤੇ ਇੱਦਾਂ ਦੂਸਰੇ ਪਾਸੇ ਇੱਕ ਜਿਹੜੇ ਸਾਧ ਸੰਗਤ ਜੀ ਫੂਲ ਬੰਸੀਏ ਸਨ, ਕੋਈ ਫੂਲ ਨਾਮ ਦਾ ਬਜ਼ੁਰਗ ਹੋਇਆ, ਅਤੇ ਇੱਦਾਂ ਉਹ ਫੂਲ ਬੰਸੀਆਂ ਦੀ ਅੱਗੇ ਅੰਸ ਬੰਸ ਵੱਧਦੀ ਗਈ, ਅਤੇ ਇੱਦਾਂ ਉਹਨਾਂ ਨੂੰ ਮਹਾਰਾਜ ਕੇ ਵੀ ਕਹਿ ਦਿੰਦੇ ਹੈ। ਅਤੇ ਜਿੰਨੇ ਫੂਲ ਬੰਸੀ ਅਥਵਾ ਮਹਾਰਾਜ ਕੇ ਸਨ, ਜ਼ਮੀਨ ਔਰ ਜਾਇਦਾਦ ਇਹਨਾਂ ਪਾਸ ਹੈ ਨਹੀਂ ਸੀ, ਜਿਸ ਕਰਕੇ ਥਾਂ ਪਰ ਥਾਂ ਭਟਕਦੇ ਰਹਿੰਦੇ, ਜਿਵੇਂ ਛਪਰੀਆਂ ਦੀਆਂ ਸਿਰਕੀਆਂ ਬੰਨੀਆਂ ਦੀਆਂ ਛਪਰੀਆਂ, ਕਦੇ ਕਿਤੇ ਪਾ ਲੈਣੀਆਂ ਉੱਥੇ ਰਹਿਣਾ, ਕਦੇ ਕਿਤੇ ਪਾ ਲੈਣੀਆਂ। ਗੁਜ਼ਾਰੇ ਵਜੋਂ ਆ ਪਸ਼ੂ ਆਦਿਕ ਜਿਹੜੇ ਚਾਰ ਚੂਰ ਕੇ ਮਈਆਂ ਗਾਈਆਂ ਦੁੱਧ ਪੀ ਕੇ ਮਾੜਾ ਮੋਟਾ ਵੇਚ ਵੱਟ ਕੇ ਇੱਦਾਂ ਗੁਜ਼ਾਰਾ ਕਰ ਲੈਂਦੇ ਸਨ, ਘਾਹ ਖੋਤਰ ਆਦਿਕ ਕਰਕੇ। ਸਮਾਂ ਲੰਘਦਾ ਗਿਆ, ਇਹ ਤੁਰਦੇ ਤੁਰਦੇ ਅਤੇ ਇਹਨਾਂ ਹੀ ਇਲਾਕਿਆਂ ਵਿੱਚ ਆਏ ਹੋਏ ਸਨ। ਗੁਰੂ ਹਰਿ ਰਾਏ ਸਾਹਿਬ ਦੇ ਆਉਣ ਦੀ ਖਬਰ ਸੁਣੀ, ਸਤਿਗੁਰੂ ਹਰਿ ਰਾਏ ਸਾਹਿਬ ਦੇ ਦਰਸ਼ਨ ਪਰਸਣ ਵਾਸਤੇ ਪਹੁੰਚੇ, ਅਤੇ ਲੰਗਰ ਵਿੱਚ ਸੇਵਾ ਕਰਿਆ ਕਰਨੀ, ਗੱਫਾ ਪਾਣੀ ਉੱਥੋਂ ਛਕ ਲੈਣਾ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਦਰਸ਼ਨ ਹੋਣੇ, ਸੰਗਤ ਕਰਨੀ ਸ਼ੁਰੂ ਕਰ ਦਿੱਤੀ। ਹੌਲੀ 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 ਪ੍ਰੇਮ ਲੱਗਾ, ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਸਾਨੂੰ ਸਿੱਖੀ ਬਖਸ਼ੋ। ਸਾਹਿਬ ਸ੍ਰੀ ਗੁਰੂ ਹਰਿ ਰਾਏ ਗਰੀਬ ਨਵਾਜ ਨੇ ਇਹਨਾਂ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ। ਮਹਾਰਾਜ ਦੇ ਬੜੇ ਪ੍ਰੇਮੀ ਸਿੱਖ ਹੋਏ। ਇਸ ਤਰ੍ਹਾਂ ਸਮਾਂ ਬਤੀਤ ਹੁੰਦਾ ਗਿਆ। ਗਰੀਬ ਬਹੁਤ ਗਰੀਬੀ ਹੋਣ ਕਰਕੇ ਖਾਲਸਾ ਜੀ ਤੋਂ ਇਹਨਾਂ ਦੇ ਪਾਸ ਕੋਈ ਹੈ ਨਹੀਂ ਸੀ ਪਾਣੀ ਆਦਿਕ ਦਾ ਸਾਧਨ, ਅਤੇ ਪਾਣੀ ਭਰਨ ਵਾਸਤੇ ਉਹਨਾਂ ਸਮਿਆਂ 'ਚ ਕੇਵਲ ਖੂਹ ਹੀ ਸਨ, ਅਤੇ ਖੂਹ ਕੌੜੇ ਕੇ ਜ਼ਿਮੀਂਦਾਰਾਂ ਦਾ ਇੱਕੋ ਇੱਕ ਖੂਹ ਸੀ ਇਸ ਇਲਾਕੇ ਦੇ ਵਿੱਚ। ਇਹ ਮਹਾਰਾਜਕਿਆਂ ਦੇ ਜਿਹੜੇ ਪਰਿਵਾਰ ਮਾਈਆਂ ਸਨ, ਬੱਚੀਆਂ ਬਿਰਧ ਮਾਤਾਵਾਂ, ਉਹ ਮਹਾਰਾਜ ਕੇ ਇਹਨਾਂ ਦੇ ਖੂਹ ਤੋਂ ਪਾਣੀ ਭਰਿਆ ਕਰਦੇ ਕੌੜਿਆਂ ਦੇ। ਉਹਨਾਂ ਸਾਧ ਸੰਗਤ ਜੀ ਜਿਹੜੇ ਸਨ ਕੌੜੇ ਕੇ ਜ਼ਿਮੀਂਦਾਰ ਜਿੰਨੇ, ਉਹਨਾਂ ਸਾਰਾ ਦਿਨ ਉੱਥੋਂ ਦੇ ਨੌਜਵਾਨਾਂ ਜਾਂ ਜਿਹੜੇ ਕੋਈ ਬੇਚਰਿੱਤਰੇ ਚਰਿੱਤਰਹੀਣ ਲੋਕ, ਉਹਨਾਂ ਖੂਹ 'ਤੇ ਬੈਠੇ ਰਹਿਣਾ ਸਾਰਾ ਦਿਨ। ਜਦੋਂ ਇਹ
ਖੂਹ ਤੋਂ ਪਾਣੀ ਲੈਣ ਵਾਸਤੇ ਇਹਨਾਂ ਦੀਆਂ ਬੱਚੀਆਂ ਮਾਤਾਵਾਂ ਨੇ ਮਾਈਆਂ ਆਉਣਾ ਅਤੇ ਛੇੜਖਾਨੀਆਂ ਕਰਨੀਆਂ, ਬਹੁਤ ਬੁਰਾ ਵਿਵਹਾਰ ਕਰਨਾ, ਅਤੇ ਇਸ ਤਰ੍ਹਾਂ ਬੜੇ ਤਰ੍ਹਾਂ ਦੇ ਜਿਹੜੇ ਚਰਿੱਤਰਹੀਣ ਬਚਨ ਕਹਿਣੇ, ਚੰਗੇ ਮੰਦੇ ਬਚਨ ਬੋਲਦੇ ਰਹਿਣੇ, ਬਦਮਾਸ਼ੀਆਂ ਬਦਫੈਲੀਆਂ ਉਹਨਾਂ ਜਿਹੜੀਆਂ ਇਸਤਰੀਆਂ ਮਾਈਆਂ ਨਾਲ ਕਰਿਆ ਕਰਨੀਆਂ। ਗਰਜ ਸੀਗੀ ਤੇ ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇਹ, ਜੇ ਤੂੰ ਇਹ ਵਹਿ ਰੱਖਸੀ ਤਾਂ ਜੀਓ ਸਰੀਰੋ ਲੇਹ। ਮਥਾਜਗੀ ਸੀ ਵੀ ਜੇ ਕੁਝ ਬੋਲੇ ਤੇ ਪਾਣੀ ਨਹੀਂ ਮਿਲਣਾ, ਬੱਚੇ ਭੁੱਖੇ ਮਰ ਜਾਣੇ ਆ। ਚੁੱਪ ਕਰਕੇ ਮੂੰਹ ਲਪੇਟ ਕੇ ਤੇ ਵਿਚਾਰੀਆਂ ਰੋਂਦੀਆਂ ਧੂੰਦੀਆਂ ਘਰ ਆ ਜਾਣਾ, ਕਿਸੇ ਨੂੰ ਦੱਸਣਾ ਵੀ ਨਾ। ਜੇ ਦੱਸਣਾ ਵੀ ਤੇ ਉਹਨਾਂ ਬੰਦਿਆਂ ਨੇ ਵੀ ਕੁਝ ਨਾ ਕਰਨਾ, ਕਿਉਂਕਿ ਪਾਣੀ ਦੀ ਬੜੀ ਜ਼ਰੂਰਤ ਹੈ ਸੀ ਜਿਉਣ ਵਾਸਤੇ। ਕਿਤੇ ਇਹਨਾਂ ਦੇ ਕੋਈ ਲੜਕਾ ਵਿਆਹਿਆ ਸੀ, ਉਹ ਨਵ ਵਿਆਹੀ ਜਿਹੜੀ ਕੋਈ ਮਾਈ ਸੀ ਵਿਆਹ ਕੇ ਤੇ ਮਹਾਰਾਜਕਿਆਂ ਵਿੱਚ ਆ ਗਈ। ਪਹਿਲੇ ਦਿਨ ਜਦੋਂ ਪਾਣੀ ਲੈਣ ਵਾਸਤੇ ਖੂਹ 'ਤੇ ਗਈ, ਉੱਥੇ ਜਦੋਂ ਕੌੜੇ ਕੇ ਜ਼ਿਮੀਂਦਾਰ ਉੱਥੋਂ ਦੇ ਕੁਮਸ਼ਟੰਡਿਆਂ ਜਿਨ੍ਹਾਂ ਜਦੋਂ ਇਹਨਾਂ ਨਾਲ ਬਦਫੈਲੀ ਕੀਤੀ ਸਾਰੀਆਂ ਮਾਈਆਂ ਨਾਲ, ਉਹਨਾਂ ਵਿੱਚ ਇੱਕ ਇਹ ਵੀ ਨਵ ਵਿਆਹੁਤਾ ਇਸਤਰੀ ਹੈ ਸੀ, ਅਤੇ ਪਰਿਵਾਰ ਪਿੱਛੋਂ ਕੋਈ ਅਣਖੀ ਗੈਰਤਮੰਦ ਸਨਗੇ। ਜਦੋਂ ਇਹਨਾਂ ਨੇ ਸੁਣਿਆ, ਇਹ ਵੇਖਿਆ, ਉਹ ਮਾਈ ਨੇ ਉਹਨੇ ਫਿਰ ਉੱਥੇ ਖੂਹ 'ਤੇ ਵੀ ਕਾਫੀ ਖਰੀਆਂ ਸੁਣਾਈਆਂ ਇਹਨਾਂ ਕੌੜੇ ਕੇ ਜਿਹੜੇ ਕੋ ਉੱਥੇ ਸਨ ਬਦਮਾਸ਼। ਘਰ ਆ ਗਈ, ਆਪਦੇ ਜਿੱਥੇ ਕੋਈ ਲੱਗੇ ਸਨ ਛੱਪਰ, ਉੱਥੇ ਸਾਰੀ ਪਰੇ ਬੈਠੀ ਵਿੱਚ ਭਾਰੀ ਲਾਹਣਤਾਂ ਪਾਈਆਂ ਵੀ ਇਹੋ ਜਿਹੇ ਜਿਉਣ ਨਾਲੋਂ ਮਰ ਜਾਣਾ ਚੰਗਾ। ਤੁਹਾਡੀ ਅਣਖ ਗੈਰਤ ਮਰ ਗਈ ਸਾਰੀ ਫੂਲਕਿਆਂ ਦੀ, ਜੋ ਤੁਹਾਡੀਆਂ ਇਸਤਰੀਆਂ ਮਾਈਆਂ ਭੈਣਾਂ ਨਾਲ ਕਿੱਡਾ ਬਦਸਲੂਕ ਹੁੰਦਾ ਹੈ। ਘੁੱਟ ਪਾਣੀ ਪਿੱਛੇ ਕਿੱਡੀ ਬੇਪਤੀ ਭਰੀਆਂ ਗੱਲਾਂ ਸਹਿਣੀਆਂ ਪੈਂਦੀਆਂ। ਅਤੇ ਇਹੋ ਜਿਹੇ ਘਰ ਵਿੱਚ ਮੈਂ ਵਿਆਹ ਕੇ ਆਈ, ਜਿਹੜੇ ਬੇਜ਼ਮੀਰੇ ਲੋਕ ਹੈ, ਜਿਨ੍ਹਾਂ ਦੇ ਅੰਦਰ ਅਣਖ ਗੈਰਤ ਨਾਂ ਦੀ ਕੋਈ ਚੀਜ਼ ਹੈ ਨਹੀਂ। ਉਹ ਇਸ ਤਰ੍ਹਾਂ ਦੇ ਬੜੇ ਬਚਨ ਕਹੇ, ਪਰ ਉਹ ਕਰਨ ਕੀ, ਇਕੱਠੇ ਹੋ ਕੇ ਵਿਚਾਰ ਕੀਤੀ ਬਜ਼ੁਰਗਾਂ ਨੇ। ਫਿਰ ਉਹਨਾਂ ਆਖਿਆ ਕਿਸੇ ਸਿਆਣੇ ਬਜ਼ੁਰਗਾਂ ਵੀ ਆਪਾਂ ਗੁਰੂ ਹਰਿਰਾਏ ਸਾਹਿਬ ਨੂੰ ਬੇਨਤਾ ਕਰਕੇ ਵੇਖੀਏ ਵੀ ਖੌਰੇ ਮਹਾਰਾਜ ਕੋਈ ਹੱਲ ਕਰ ਦੇਣ, ਆਪਾਂ ਨੂੰ ਕੋਈ ਥਾਂ ਮਿਲ ਜਾਵੇ, ਅਤੇ ਕਿਉਂ ਐਵੇਂ ਥਾਂ ਦਰ ਭਟਕਣਾ। ਆਪਾਂ ਵੀ ਪੱਕੇ ਘਰ ਪਾ ਕੇ ਇੱਕ ਥਾਂ 'ਤੇ ਪਿੰਡ ਬੰਨ੍ਹ ਕੇ ਰਹੀਏ, ਆਪਦਾ ਖੂਹ ਪੱਟ ਲਵਾਂਗੇ। ਦਿਨ ਚੜ੍ਹਿਆ, ਸਭਾ ਲੱਗੀ। ਜਦੋਂ ਗੁਰੂ ਹਰਿਰਾਏ ਸਾਹਿਬ ਦੇ ਦੀਵਾਨ ਵਿੱਚ ਆਏ, ਮੱਥੇ ਟੇਕੇ ਨਮਸਕਾਰਾਂ ਕੀਤੀਆਂ। ਪਾਤਸ਼ਾਹ ਮਹਾਰਾਜ ਨੂੰ ਫਿਰ ਇਹਨਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਸਾਡੀ ਪੁਕਾਰ ਫਰਿਆਦ ਸੁਣੋ, ਵੀ ਅਸੀਂ ਬੜੇ ਔਖੇ ਹਾਂ। ਕੌੜੇ ਕੇ ਜ਼ਿਮੀਂਦਾਰ ਮਹਾਰਾਜ ਸਾਡੇ ਨਾਲ ਬੜੀ ਬਦਫੈਲੀ ਕਰਦੇ ਹੈ, ਸਾਡੇ ਪਰਿਵਾਰਾਂ ਨੂੰ ਧੀਆਂ ਭੈਣਾਂ ਨੂੰ ਬਹੁਤ ਤੰਗ ਕਰਦੇ ਹੈ। ਮਥਾਜਗੀ ਇੰਨੀ ਵੀ ਪਾਣੀ ਕਰਕੇ ਮਹਾਰਾਜ ਸਾਨੂੰ ਸਭ ਕੁਝ ਸਹਿਣਾ ਪੈਂਦਾ, ਥਾਂ ਹੈ ਨਹੀਂ। ਬੋਲੇ ਤੇ ਮਹਾਰਾਜ ਇਹਨਾਂ ਦੀ ਜ਼ਮੀਨ 'ਚ ਬੈਠੇ ਨਾ ਗਾਂਹ ਤੋਰ ਦੇਣਾ। ਉਹ ਇੱਦਾਂ ਸਾਧ ਸੰਗਤ ਜੀ ਸਤਿਗੁਰੂ ਨੇ ਸੁਣ ਕੇ ਫਿਰ ਆਖਿਆ ਵੀ ਕੋਈ ਗੱਲ ਨਹੀਂ, ਸਾਡੇ ਕੋਲ ਆਉਂਦੇ, ਕਿਉਂਕਿ ਕੌੜੇ ਕੇ ਜ਼ਿਮੀਂਦਾਰ ਵੀ ਇਸੇ ਇਲਾਕੇ 'ਚ ਮਹਾਰਾਜ ਕੋਲ ਵੀ ਆਉਂਦੇ ਸਨ। ਭਾਵੇਂ ਹੰਕਾਰੇ ਹੀ ਸਨ, ਸਿੱਖੀ ਤਾਂ ਨਹੀਂ ਮਹਾਰਾਜ ਨੇ ਦਿੱਤੀ ਹੋਈ ਸੀ ਇਹਨਾਂ ਨੂੰ, ਪਰ ਫਿਰ ਵੀ ਆ ਜਾਂਦੇ ਸੀ ਕਦੇ ਕਦਾਏ। ਮਹਾਰਾਜ ਨੇ ਆਖਿਆ ਵੀ ਉਹਨਾਂ ਦੇ ਆਇਆਂ ਤੋਂ ਅਸੀਂ ਜ਼ਰੂਰ ਗੱਲ ਕਰਕੇ ਵੇਖਾਂਗੇ। ਚਲੋ ਗੁਰੂ ਨਾਨਕ ਸਾਹਿਬ ਨੂੰ ਪਾਇਆ ਅਤੇ ਪਿੰਡ ਵੀ ਵੱਧ ਜਾਏਗਾ। ਜਦੋਂ ਫਿਰ ਉਹ ਕੌੜੇ ਕੇ ਜ਼ਿਮੀਂਦਾਰ ਆਏ ਸਾਰੇ ਮੱਥਾ ਟੇਕਣ ਮਹਾਰਾਜ ਦੇ ਦਰਸ਼ਨ ਪਰਸ਼ਨ ਵਾਸਤੇ, ਤਾਂ ਸਤਿਗੁਰੂ ਹਰਿਰਾਏ ਸਾਹਿਬ ਨੇ ਫਿਰ ਆਖਿਆ ਵੀ ਵੇਖੋ, ਸੰਸਾਰ 'ਤੇ ਰਹਿਣਾ ਤਾਂ ਕਿਸੇ ਨਹੀਂ, ਅਤੇ ਤੁਹਾਡੇ ਕੋਲ ਕਿੰਨੀ ਜਾਇਦਾਦ ਹੈ ਵੀ ਜਿਹੜੀ ਆਬਾਦ ਵੀ ਨਹੀਂ ਹੈ, ਬੰਜਰੀ ਪਈ ਹੈ, ਵੀ ਤੁਹਾਡੇ ਕੰਮ ਨਹੀਂ ਵਰਤਦੇ ਤੁਸੀਂ ਨਹੀਂ, ਵੀ ਉੱਥੇ ਕੋਈ ਥੋੜ੍ਹੀ ਜਿਹੀ 5 ਹਲਾਂ ਦੀ ਤੁਸੀਂ ਥਾਂ ਜਿਹੜੀ ਹੈ ਨਾ ਛੱਡ ਦਿਓ ਇਹਨਾਂ ਫੂਲਕਿਆਂ ਨੂੰ, ਮਹਾਰਾਜਕਿਆਂ ਨੂੰ, ਵੀ ਚਲੋ ਇਹ ਸਾਰੇ ਜਿੰਨੇ ਸਿੱਧੂ ਇੱਥੇ ਪਿੰਡ ਬੰਨ੍ਹ ਕੇ ਰਹਿ ਲੈਣਗੇ। ਉਹ ਫਿਰ ਕੌੜੇ ਕੀ ਕਹਿੰਦੇ, ਮਹਾਰਾਜ ਵੀ 5 ਹਲਾਂ ਨਾਲ ਕਿਹੜਾ ਇਹਨਾਂ ਦੀ ਪੂਰੀ ਪੈ ਜਾਣੀ ਹੈ। ਮਹਾਰਾਜ ਕਹਿੰਦੇ ਕੋਈ ਨਹੀਂ, ਚਲੋ ਗੁਰੂ ਨਾਨਕ ਸਾਹਿਬ ਰਾਖੇ ਵੀ ਬਹੁਤ ਹੈ, ਪੂਰੀ ਪਵੇ ਨਾ ਪਵੇ ਤੁਸੀਂ ਦੇ ਦਿਓ, ਤੁਹਾਡਾ ਪਰਉਪਕਾਰ ਹੋਏਗਾ, ਸੰਸਾਰ ਤੁਹਾਡੀ ਇਹ ਦਰਿਆ ਦਿਲੀ ਨੂੰ ਯਾਦ ਕਰਿਆ ਕਰੇਗਾ। ਅਤੇ ਇਹ ਸਾਡੇ ਸਿੱਖ ਨੇ। ਉਹ ਕਹਿੰਦੇ ਮਹਾਰਾਜ ਵੀ 5 ਹਲਾਂ ਦੀ ਥਾਂ ਤਾਂ ਬਹੁਤ ਹੈ, ਅਸੀਂ ਤਾਂ ਕੋਈ ਹਲ ਦੀ ਕਿੱਥੇ ਚੁੰਝ ਰੱਖੀ ਦੀ ਨਾ, ਅਗਲੀ ਉਹ ਫਾਲਾ ਜਿਹਾ ਹੁੰਦਾ, ਉਂਗਲ ਜਿੰਨਾ ਥਾਂ ਜਦੋਂ ਨਵਾਂ ਰੱਖੀ ਦਾ ਪੱਕੇ ਪੱਧਰੇ ਥਾਂ 'ਤੇ, ਉਹ ਮਾਸਾ ਕੁ ਥਾਂ ਅੱਗੋਂ ਘੇਰਦਾ। ਉਹ ਕਹਿੰਦੇ ਮਹਾਰਾਜ ਵੀ ਜਿਵੇਂ ਫਾਲਾ ਰੱਖੀ ਨਾ ਖਾਲੀ ਹਲ ਦਾ ਫਾਲਾ ਵੀ, ਮਹਾਰਾਜ ਵੀ ਉਹ ਲੱਗੇ ਥੱਲੇ ਚੁੰਝ ਜਿੰਨੀ ਥਾਂ ਅਸੀਂ ਇੰਨੀ ਵੀ ਨਹੀਂ ਦੇਣੀ, ਅਤੇ 5 ਹਲ ਤਾਂ ਬਹੁਤ ਹੈ। ਮਹਾਰਾਜ ਫਿਰ ਕੁਝ ਨਹੀਂ ਬੋਲੇ। ਸਤਿਗੁਰੂ ਜਾਣ ਗਏ ਵੀ ਇਹਨਾਂ ਨੇ ਇੱਦਾਂ ਜ਼ਮੀਨ ਨਹੀਂ ਦੇਣੀ।
ਉਹ ਜਿਹੜੇ ਵਿਚਾਰੇ ਮਹਾਰਾਜ ਕੇ ਆਸ ਲਾਈ ਬੈਠੇ ਸੀ, ਸਭ ਬੜੀ ਬੁਰੀ ਚਿੰਤਾ ਵਿੱਚ ਫਸੇ ਵੀ ਮਹਾਰਾਜ ਦੀ ਇਕੱਲੀ ਆਸ ਸੀ। ਇਹਨਾਂ ਪਾਤਸ਼ਾਹ ਨੂੰ ਵੀ ਲਿਹਾਜ਼ ਨਹੀਂ ਕੀਤਾ ਤੇ ਜਵਾਬ ਦੇ ਦਿੱਤਾ ਹੰਕਾਰਿਆਂ ਹੋਇਆਂ ਨੇ। ਇਸ ਤਰ੍ਹਾਂ ਦੇ ਪ੍ਰਸੰਗ ਆਪਾਂ ਪਿੱਛੇ ਦੀ ਬਾਣ ਵਿੱਚ ਸ਼ਰਵਣ ਕਰ ਚੁੱਕੇ ਹਾਂ। ਜਿਵੇਂ ਸਾਧ ਸੰਗਤ ਦੀ ਜਿਹੜੀ ਕਥਾ ਹੈ, ਅਜੋਕੇ ਸਮੇਂ ਵਿੱਚ ਜਿਹੜਾ ਫੂਲ ਮਹਾਰਾਜ ਨਗਰ ਵਸਿਆ ਹੋਇਆ ਹੈ, ਉਸ ਨਗਰ ਦੀ ਇਹ ਸਾਰੀ ਕਥਾ, ਵਸਣ ਦੀ ਕਥਾ, ਕਿਵੇਂ ਵਸਿਆ, ਰਲ ਮਿਲ ਕਰਕੇ ਅਗਲੀ ਕਥਾ ਪ੍ਰਸੰਗ ਸ਼ਰਵਣ ਕਰੀਏ ਜੀ। ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਗੁਰੂ ਗਰੀਬ ਨਿਵਾਜ ਪਾਤਸ਼ਾਹ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਸਭ ਸੰਗਤ ਰਸਨਾ ਕਰੀਏ ਜੀ। ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਭਈ ਪ੍ਰਭਾਤ ਮਹਾਰਾਜ ਕੇ। ਜਦੋਂ ਸਾਧ ਸੰਗਤ ਜੀ ਫਿਰ ਮਹਾਰਾਜ ਗਰੀਬ ਨਵਾਜ ਨੇ ਨਾ ਜਵਾਬ ਦੇ ਦਿੱਤਾ ਕੌੜੇ ਕਿ ਸਾਰੇ ਜੱਟਾਂ ਜ਼ਮੀਂਦਾਰਾਂ ਨੇ, ਮਹਾਰਾਜ ਵੀ 5 ਹਾਲਤਾਂ ਦੂਰ, ਅਸੀਂ ਤਾਂ ਇੱਕ 9 ਜਿੰਨੀ ਥਾਂ ਨਾ ਦਈਏ, ਗਰਾਸ ਦੇਹੋ ਪਰ ਬਾਸ ਨਾ ਦੇਹੋ, ਵੀ ਕਿਸੇ ਨੂੰ ਖਾਣ ਨੂੰ ਦੇ ਦਿਓ, ਲੀੜਾ ਦੇ ਦਿਓ, ਕੱਪੜਾ ਦੇ ਦਿਓ, ਪਰ ਕਿਸੇ ਨੂੰ ਜਾਇਦਾਦ ਜਾਂ ਕੋਈ ਜ਼ਮੀਨ ਦੇ ਕੇ ਤੇ ਆਪਦੇ ਬਰਾਬਰ ਦੇ ਕਦੇ ਨਾ ਕਰੋ, ਵੀ ਸਾਡੇ ਬਜ਼ੁਰਗ ਇੱਦਾਂ ਕਹਿੰਦੇ ਆ। ਇਹ ਟੱਪਾ ਮਹਾਰਾਜ ਪਾਤਸ਼ਾਹ ਨੂੰ ਸੁਣਾਇਆ। ਸਤਿਗੁਰੂ ਚੁੱਪ ਕਰ ਗਏ, ਬਰਾਜ ਗਏ। ਮਹਾਰਾਜ ਕੇ ਵੀ ਨਿਰਾਸ਼ ਹੋ ਕੇ ਆਪਣੇ ਘਰ ਨੂੰ ਚਲੇ ਗਏ। ਅਗਲਾ ਦਿਨ ਚੜ੍ਹਿਆ ਹੈ ਤੇ ਜਿੰਨੇ ਮਹਾਰਾਜ ਕੇ ਸਿੱਧੂ, ਜਿੰਨੇ ਜ਼ਿਮੀਂਦਾਰ, ਸਾਰੇ ਇਕੱਠੇ ਹੋ ਕਰਕੇ ਮਿਲੇ ਪਰਸ ਪਰ ਬ੍ਰਿੰਦ। ਸਾਰੇ ਇਕੱਠੇ ਹੋ ਕਰਕੇ ਨਾ ਇੱਕ ਦੂਜੇ ਨਾਲ ਸਲਾਹ ਕਰਕੇ ਤੇ ਫਿਰ ਇੱਕ ਥਾਂ ਤੇ ਮਿਲੇ ਐ। ਨਹਿ ਮਰਨੀ ਕੋ ਰਾਨ ਸਭ। ਇਹ ਸਭ ਜਾਣਦੇ, ਗੱਲਾਂ ਕਰਦੇ ਇੱਕ ਦੂਜੇ ਨਾਲ ਵੀ ਵੇਖੋ ਇਹਨਾਂ ਕੌੜੇ ਜ਼ਿਮੀਂਦਾਰਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਦਾ ਬਚਨ ਵੀ ਨਹੀਂ ਮੰਨਿਆ, ਜਿਨ੍ਹਾਂ ਤੇ ਆਪਾਂ ਨੂੰ ਆਸ ਸੀ ਵੀ ਇਹ ਮਹਾਰਾਜ ਦਾ ਬਚਨ ਨਹੀਂ ਮੋੜਨਗੇ, ਪਰ ਇਹਨਾਂ ਨੇ ਜਾਇਦਾਦ ਦੇ ਹੰਕਾਰ ਵਿੱਚ ਪਾਤਸ਼ਾਹ ਦੇ ਘਰ ਦੀ ਵੀ ਮੋੜ ਦਿੱਤੀ ਹੈ। ਸ੍ਰੀ ਗੁਰ ਗਿਰਾ ਬਿਲੰਦ। ਸਤਿਗੁਰੂ ਹਰਿਰਾਏ ਸਾਹਿਬ ਜੀ ਜਿਨ੍ਹਾਂ ਦੀ ਦੇਵੀ ਦੇਵਤੇ ਬਚਨ ਨਾ ਮੋੜਨ, ਐਸੇ ਪਾਤਸ਼ਾਹ ਮਹਾਰਾਜ ਦਾ ਬਚਨ ਵੀ ਇਹਨਾਂ ਨੇ ਮੋੜ ਦਿੱਤਾ ਹੈ। ਸਤਿਗੁਰਾਂ ਦੇ ਬਚਨ ਦਾ ਇਹਨਾਂ ਨੇ ਸਤਿਕਾਰ ਨਹੀਂ ਰੱਖਿਆ ਹੈ। ਚੌਪਈ ਦਰਸ਼ਨ ਪਰਮ ਪਾਵਨੋ ਕਰਕੇ। ਤੇਰੇ ਸਾਧ ਸੰਗਤ ਜੀ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੇ ਨਾ ਜਦੋਂ ਫਿਰ ਇੱਥੇ ਅਗਲਾ ਦਿਨ ਚੜ੍ਹਿਆ ਤੇ ਗੁਰੂ ਹਰਿਰਾਏ ਸਾਹਿਬ ਦਾ ਦੀਵਾਨ ਸਜਿਆ, ਸਤਿਗੁਰਾਂ ਦੇ ਸਜੇ ਦੀਵਾਨ ਵਿੱਚ ਪਵਿੱਤਰ ਦਰਸ਼ਨ ਕਰਨ ਵਾਸਤੇ ਆਏ ਐ। ਪਦ ਅਰਬਿੰਦ ਸੀਸ ਕਹ ਧਰ ਕੇ। ਸਤਿਗੁਰੂ ਹਰਿਰਾਏ ਸਾਹਿਬ ਦੇ ਪਵਿੱਤਰ ਚਰਨ ਕਮਲਾਂ ਤੇ ਆ ਕੇ ਇਹਨਾਂ ਸਾਰਿਆਂ ਮਹਾਰਾਜਕਿਆਂ ਨੇ ਸ਼ੀਸ਼ ਨਵਾਇਆ, ਮੱਥਾ ਟੇਕਿਆ ਹੈ। ਬੈਠੇ ਨਿਕਟ ਸਕਲ ਕਰ ਬ੍ਰਿੰਦ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੱਥੇ ਟੇਕ ਕੇ ਨਮਸਕਾਰ ਕਰਕੇ ਸਾਰੇ ਮਹਾਰਾਜ ਕੇ ਜ਼ਿਮੀਂਦਾਰ ਫੂਲ ਕੇ ਸਤਿਗੁਰੂ ਦੇ ਚਰਨੀ ਬੈਠ ਗਏ ਐ। ਕਿਰਪਾ ਦ੍ਰਿਸ਼ਟ ਸੋ ਪਿਖਤ ਮੁਕੰਦ। ਇਧਰ ਮੁਕਤੀ ਦਾਤੇ ਗੁਰੂ ਹਰਿਰਾਏ ਸਾਹਿਬ ਜੀ ਸਾਰੇ ਫੂਲਕਿਆਂ ਮਹਾਰਾਜਕਿਆਂ ਵੱਲ ਬੜੀ ਮਿਹਰ ਤੇ ਤਰਸ ਦੀ ਨਿਗਾਹ ਮਾਰ ਕੇ ਵੇਖ ਰਹੇ ਆ ਵੀ ਬੜੇ ਔਖੇ ਆ। ਮਹਾਰਾਜ ਤਾਂ ਜਾਣਦੇ ਆ ਵੀ ਇਹਨਾਂ ਦਾ ਹਾਲ ਕੋਈ ਨਹੀਂ, ਜਿਉਣਾ ਨਹੀਂ ਇਹਨਾਂ ਦਾ ਕੋਈ। ਸਤਿਗੁਰੂ ਬੜੀ ਤਰਸ ਤੇ ਮਿਹਰ ਭਰੀ ਨਿਗਾਹ ਦੇ ਨਾਲ ਇਹਨਾਂ ਵੱਲ ਵੇਖ ਰਹੇ ਐ। ਅਵਨ ਲੀਨ ਕੋ ਸਕਲ ਪ੍ਰਸੰਗ। ਤੇ ਉਹ ਜਿਹੜਾ ਸਾਰਾ, ਕਿਉਂਕਿ ਆਸ ਲੈ ਕੇ ਆਏ ਸੀ ਵੀ ਹੁਣ ਖਰੇ ਮਹਾਰਾਜ ਕੀ ਹੱਲ ਕਰਨਗੇ, ਮਹਾਰਾਜ ਨੇ ਫਿਰ ਗੱਲ ਛੇੜ ਲਈ। ਸਤਿਗੁਰੂ ਹਰਿਰਾਏ ਸਾਹਿਬ ਨੇ ਜਿਹੜਾ ਕੋਈ ਜ਼ਮੀਨ ਦਾ ਪ੍ਰਸੰਗ ਹੈਗਾ ਹੈ, ਕਹਿਓ ਭਇਓ ਜਿਮ ਕੌਰਨ ਸੰਗ। ਮਹਾਰਾਜ ਨੇ ਸਾਰਾ ਕਹਿ ਦਿੱਤਾ ਵੀ ਮਹਾਰਾਜ ਕਹਿੰਦੇ ਵੀ ਅਸੀਂ ਕਿਹਾ ਹੈ ਇਹਨਾਂ ਨੂੰ, ਪਰ ਉਹ ਤਾਂ ਬਈ ਇੱਦਾਂ ਕਹਿੰਦੇ ਵੀ ਗਰਾਸ ਦੇਹੋ ਪਰ ਬਾਸ ਨਾ ਦਿਓ, ਵੀ 5 ਹਲਾਂ ਦੀ ਥਾਂ ਤਾਂ ਬੜੀ ਹੈ, ਅਸੀਂ ਤਾਂ ਖਾਲੀ ਹਲ ਰੱਖਣ ਨੂੰ ਮਹਾਰਾਜ ਚੁੰਝ ਜਿੰਨੀ ਥਾਂ ਉਨੀ ਨਾ ਦਈਏ। ਮਹਾਰਾਜ ਨੇ ਫਿਰ ਉਹ ਸਾਰੀ ਗੱਲ ਜਿਹੜੀ ਵੀ ਮਹਾਰਾਜ ਕਹਿੰਦੇ ਮਹਾਰਾਜ ਕਿਉਂ ਨੂੰ ਵੀ ਭਾਈ ਇਹਨਾਂ ਨੇ ਤਾਂ ਜਵਾਬ ਦੇ ਦਿੱਤਾ, ਇਹ ਨਹੀਂ ਥਾਂ ਦੇਣ ਨੂੰ ਮੰਨਦੇ ਹਨ। ਸੁਣ ਕੇ ਦੀਨ ਹੋਏ ਕਰ ਭਨੈ। ਉਹ ਵਿਚਾਰੇ ਸੁਣ ਕੇ ਸਤਿਗੁਰੂ ਤੋਂ ਲੋੜ ਹੈ ਤੇ ਜਿੰਨੇ ਮਹਾਰਾਜ ਕੇ ਹੱਥ ਜੋੜ ਖਲੋਤੇ ਬੜੇ ਨਿਮਾਣੇ ਹੋਏ ਐ। ਰਾਵਰ ਤੇ ਸਭ ਕਾਰਜ ਬਨੈ। ਕਹਿੰਦੇ ਮਹਾਰਾਜ ਵੀ ਸਾਡਾ ਤਾਂ ਤੁਹਾਡੇ ਤੱਕ ਹੀ ਬੇਨਤਾ, ਮਹਾਰਾਜ ਅਸੀਂ ਤਾਂ ਬੇਨਤੀ ਕਰ ਸਕਦੇ ਆਂ, ਉਹਨਾਂ ਨਾਲ ਤਾਂ ਜ਼ੋਰ ਨਹੀਂ ਮਹਾਰਾਜ, ਤੇ ਤੁਹਾਡੇ ਅਸੀਂ ਦਰ ਘਰ ਦੇ ਸਿੱਖ ਹਾਂ ਤੇ ਤੁਹਾਡੇ ਤੇ ਮਹਾਰਾਜ ਸਾਨੂੰ ਸਾਰੀ ਆਸ ਸੀਗੀ ਵੀ ਤੁਸੀਂ ਕੋਈ ਕਰ ਸਕਦੇ ਹੋ, ਤੁਹਾਡੇ ਹੁੰਦਿਆਂ ਕੰਮ ਬਣ ਸਕਦਾ ਸੀ। ਅਗਮ ਹੋਏ ਬਹੁ ਸਗਮ ਕਰੰਤੀ। ਕਿਉਂਕਿ ਮਹਾਰਾਜ ਹੁਣ ਅਸੀਂ ਤਾਂ ਕੀ ਜਾਣੀਏ ਵੀ ਮਿਲੇ ਨਾ ਮਿਲੇ, ਕਿਉਂਕਿ ਤੁਸੀਂ ਤਾਂ ਜਿਹੜਾ ਕੋਈ ਕੰਮ ਔਖਾ ਹੁੰਦਾ
ਉਹਨੂੰ ਸੌਖਾ ਬਣਾ ਸਕਦੇ ਹੋ ਜੀ। ਜਿਨਹ ਸੁਗਮਤਿਹ ਅਗਮ ਤੇ ਰਚੰਤੇ। ਜਿਹੜਾ ਕੰਮ ਸੌਖਾ ਹੁੰਦਾ ਉਹਨੂੰ ਤੁਸੀਂ ਔਖਾ ਵੀ, ਸੌਖੇ ਕੰਮ ਨੂੰ ਔਖਾ ਤੇ ਔਖੇ ਕਾਰਜ ਨੂੰ ਤੁਸੀਂ ਸੌਖਾ ਬਣਾ ਸਕਦੇ। ਤੁਸੀਂ ਸਰਬ ਕਲਾ ਸਮਰੱਥ ਹੋ ਸੱਚੇ ਪਾਤਸ਼ਾਹ ਜੀ। ਨਹੀਂ ਆਸਰਾ ਦੂਸਰ ਕੋਈ। ਮਹਾਰਾਜ ਅਸੀਂ ਤੁਹਾਡੇ ਘਰ ਦੇ ਸਿੱਖ ਹਾਂ ਤੇ ਰੁਲਦੇ ਫਿਰਦੇ ਹਾਂ। ਤੁਹਾਡੇ ਚਰਨਾਂ ਤੋਂ ਬਿਨਾਂ ਪਾਤਸ਼ਾਹ ਜੀ ਸਾਨੂੰ ਹੋਰ ਕੋਈ ਆਸਰਾ ਨਹੀਂ, ਹੋਰ ਕੋਈ ਮਹਾਰਾਜ ਸਾਡੀ ਓਟ ਨਹੀਂ ਹੈ। ਤੁਮਰੇ ਚਰਨ ਪਰਾਇਨ ਹੋਈ। ਮਹਾਰਾਜ ਅਸੀਂ ਤਾਂ ਗਰੀਬ ਸਿੱਖ ਨਹੀਂ, ਟੱਪਰੀ ਵਾਸਾਂ ਵਾਂਗਰਾਂ ਝੁੱਗੀਆਂ ਝੌਂਪੜੀਆਂ 'ਚ ਖੱਬੇ ਸੱਜੇ ਭਟਕਦੇ ਫਿਰਦੇ ਹਾਂ। ਤੁਹਾਡੇ ਚਰਨਾਂ ਦਾ ਕੇਵਲ ਸਾਨੂੰ ਆਸਰਾ ਪਾਤਸ਼ਾਹ ਜੀ। ਤੇ ਮਹਾਰਾਜ ਅਸੀਂ ਤਾਂ ਤੁਹਾਡੇ ਆਸਰੇ ਹਾਂ। ਹੋਏ ਉਪਾਏ ਸੋ ਦੇਹੋ ਬਤਾਈ। ਚਲੋ ਜੇ ਮਰਾ ਇਹਨਾਂ ਥਾਂ ਨਹੀਂ ਦਿੱਤੀ ਕੌੜੇ ਕਿਆਂ ਨੇ, ਤੇ ਮਹਾਰਾਜ ਆਪ ਹੀ ਕੋਈ ਕਿਰਪਾ ਕਰੋ ਵੀ ਹੁਣ ਅਸੀਂ ਕੀ ਕਰੀਏ। ਚਲੋ ਥਾਂ ਤਾਂ ਹੁਣ ਨਾ ਹੋ ਗਈ, ਇਹਨਾਂ ਵੱਲੋਂ ਜ਼ਮੀਨ ਨਹੀਂ ਮਿਲੀ, ਪਰ ਅਸੀਂ ਮਹਾਰਾਜ ਨੂੰ ਸਾਡਾ ਵੀ ਕੋਈ ਮਸਲਾ ਹੱਲ ਕਰੋ। ਆਪ ਜੀ ਸਾਨੂੰ ਕੋਈ ਸਲਾਹ ਦੱਸੋ ਪਾਤਸ਼ਾਹ ਜੀ, ਆਪ ਜੀ ਹੁਕਮ ਕਰੋ, ਕੋਈ ਉਪਦੇਸ਼ ਕਰੋ, ਅਸੀਂ ਅੱਗੇ ਕੀ ਕਰਨਾ ਹੈ। ਜਥਾ ਬਾਸ ਹਮ ਤੇ ਬਨ ਆਈ। ਵੀ ਜਿਹਦੇ ਨਾਲ ਸਾਡਾ ਵਾਸਾ ਬਣ ਆਵੇ, ਜਿਹਦੇ ਨਾਲ ਮਹਾਰਾਜ ਸਾਡਾ ਪਿੰਡ ਵੱਜ ਜਾਵੇ ਜੀ। ਬਿਨਾ ਬਾਸ ਤੇ ਨਹਿ ਬਿਸਰਾਮ। ਕਿਉਂਕਿ ਮਹਾਰਾਜ ਹੁਣ ਜਿੰਨਾ ਸਮਾਂ ਸਾਡਾ ਵਾਸ ਨਾ ਹੋਇਆ, ਕਿਤੇ ਸਾਨੂੰ ਘਰ ਨਾ ਬਣਿਆ, ਸਾਨੂੰ ਮਹਾਰਾਜ ਕੋਈ ਪਿੰਡ ਨਾ ਵੱਜਾ, ਉਹਨਾਂ ਸਮਾਂ ਮਹਾਰਾਜ ਸਾਡਾ ਬੜਾ ਮੰਦਾ ਹਾਲ ਹੈ। ਸਾਡੇ ਵਾਸਤੇ ਬੜਾ ਨਰਕ ਬਣਿਆ ਹੋਇਆ ਹੈ। ਲਾਜ ਵਡਾਈ ਨਹਿ ਬਿਨ ਧਾਮ। ਕਿਉਂਕਿ ਮਹਾਰਾਜ ਸਿਆਣੇ ਕਹਿੰਦੇ ਵੀ ਘਰ ਤੋਂ ਬਿਨਾ ਨਾ ਤਾਂ ਇੱਜ਼ਤ ਰਹਿੰਦੀ ਹੈ ਤੇ ਨਾ ਹੀ ਕੋਈ ਸੰਸਾਰ 'ਚ ਵਡਿਆਈ ਦਿੰਦਾ ਹੈ, ਨਾ ਵਡਿਆਈ ਰਹਿੰਦੀ। ਵੀ ਜਿਹਦਾ ਕੋਈ ਘਰ ਘਾਟ ਨਾ ਹੋਵੇ ਸੰਸਾਰ ਵਿੱਚ, ਨਾ ਤਾਂ ਉਹਦੀ ਇੱਜ਼ਤ ਹੁੰਦੀ ਹੈ ਤੇ ਨਾ ਹੀ ਸੰਸਾਰ ਦੇ ਵਿੱਚ ਉਹਦੀ ਕੋਈ ਵਡਿਆਈ ਕੋਈ ਕਰਦਾ, ਕੋਈ ਸੋਭਾ ਨਹੀਂ ਕਰਦਾ ਹੈ। ਸ੍ਰੀ ਹਰਿ ਰਾਏ ਗੁਰੂ ਸੁਨਕਾਨ। ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਨੇ ਇਹਨਾਂ ਮਹਾਰਾਜੀਆਂ ਦੇ ਸਾਰੇ ਬੇਨਤੀ ਭਰੇ ਬਚਨ ਸ਼ਰਵਣ ਕੀਤੇ ਹੈ। ਬਿਨਤੀ ਸਿੱਖਣ ਕੀਨ ਮਹਾਨ। ਮਹਾਰਾਜ ਵੀ ਜਾਣਦੇ ਵੀ ਹੁਣ ਗੱਲ ਬਚਨ ਇਹਨਾਂ ਦਾ ਸੱਚਾ ਵੀ ਸਾਡੇ ਹੀ ਆਸਰੇ ਹੈ ਤੇ ਧਰ ਪੱਤਨ ਵੀ ਇਹਨਾਂ ਨੂੰ ਕਿਤੇ ਲਾਉਣਾ ਬਣਦਾ ਹੈ। ਤੇ ਦੂਜੀ ਗੱਲ ਹੈ ਵੀ ਔਖੇ ਬਹੁਤ ਜ਼ਿਆਦੇ ਤੇ ਨਿਮਾਣੇ ਆਜਜ ਹੋ ਕੇ ਬੜੀਆਂ ਬੇਨਤੀਆਂ ਸਾਨੂੰ ਕਰਦੇ ਆ। ਭਏ ਦੀਨ ਸੇ ਚਾਹਤ ਧਰਨੀ। ਮਹਾਰਾਜ ਜਾਣ ਗਏ ਵੀ ਇਹ ਤਾਂ ਹੁਣ ਧਰਤੀ ਚਾਹੁੰਦੇ ਆ ਵੀ ਸਾਨੂੰ ਕੋਈ ਥਾਂ ਮਿਲੇ, ਥੋੜ੍ਹੀ ਬਹੁਤੀ ਅਸੀਂ ਆਪਦਾ ਰਹਿਣ ਵਾਸਤੇ ਥਾਂ ਬਣਾ ਕੇ ਟਿਕ ਜਾਈਏ ਕਿਤੇ, ਜਿਸ ਕਰਕੇ ਵਾਰ-ਵਾਰ ਬੇਨਤੀਆਂ ਕਰਦੇ, ਬੜੇ ਦੀਨ ਨਿਮਾਣੇ ਹਨ। ਜਨ ਕੇ ਹਿਤ ਕੀ ਬਾਣੀ ਬਰਨੀ। ਮਹਾਰਾਜ ਨੇ ਜਦੋਂ ਇਹਨਾਂ ਬੇਨਤੀ ਕੀਤੀ ਤੇ ਸਤਿਗੁਰੂ ਸੋਚੀ ਪੈ ਗਏ, ਪਾਤਸ਼ਾਹ ਜੀ ਚੁੱਪ ਰਹੇ। ਕੁਝ ਸਮੇਂ ਬਾਅਦ ਮਹਾਰਾਜ ਨੇ ਫਿਰ ਇਹਨਾਂ ਦੇ ਭਲੇ ਦੀ ਬਚਨ ਕਹੇ, ਭਲੇ ਦੀ ਗੱਲ ਆਖੀ ਹੈ। ਕਰਹੁ ਕੂਚ ਤੁਮ ਆਪਣੋ ਡੇਰਾ। ਮਹਾਰਾਜ ਕਹਿੰਦੇ ਫਿਰ ਐਂ ਕਰੋ, ਜੇ ਕੌੜੇ ਕੇ ਨਹੀਂ ਥਾਂ ਦਿੰਦੇ ਤੇ ਤੁਸੀਂ ਇੱਥੋਂ ਚੁੱਪ ਕਰਕੇ ਆਪਦਾ ਸਾਰਾ ਡੰਡਾ ਡੋਰਾ ਬੰਨ੍ਹ ਲਓ ਤੇ ਇੱਥੋਂ ਆਪਦਾ ਡੇਰਾ ਚੁੱਕ ਕੇ ਤੇ ਗਾਂਹ ਤੁਰਨਾ ਕਰੋ ਜੀ। ਲੈ ਕਰ ਸਰਬ ਸਾਥ ਇੱਕ ਬੇਰਾ। ਤੇ ਸਾਰਾ ਕੁਝ ਇੱਥੇ ਕੁਝ ਨਾ ਛੱਡੋ, ਜੋ ਕੁਝ ਤੁਹਾਡੇ ਕੋਲ ਹੈ, ਕੋ ਆਪਦੇ ਪਸ਼ੂ ਡੰਗਰ ਮਈਆਂ ਹੋਰ ਜਿਹੜਾ ਵੀ ਕੋਈ ਕੱਖ ਕਾਨਾ ਨਾ, ਉਹ ਛਪਰੀਆਂ ਆਪਦੀਆਂ ਸਭ ਕੁਝ ਚੁੱਕੋ, ਡੰਡਾ ਡੂਰਾ ਲੱਦੋ ਗੱਡਿਆਂ ਤੇ ਇੱਥੋਂ ਅਗਾਂਹ ਨੂੰ ਕੂਚ ਕਰ ਜੋ, ਚਾਲਾ ਪਾ ਦਿਓ। ਚਲਤ ਜਹਾਂ ਸੰਧਿਆ ਪਰ ਜਾਏ। ਤੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਫਿਰ ਜਾਈਏ ਕਿੱਥੇ? ਮਹਾਰਾਜ ਕਹਿੰਦੇ ਤੁਰੇ ਜਾਣਾ ਤੇ ਦਿਸ਼ਾ ਮਹਾਰਾਜ ਨੇ ਦੱਸ ਦਿੱਤੀ ਵੀ ਇਸ ਪਾਸੇ ਨੂੰ ਤੁਰੇ ਜਾਓ ਤੇ ਤੁਰਦਿਆਂ ਜਿੱਥੇ ਤੁਹਾਨੂੰ ਸ਼ਾਮ ਪੈ ਜਾਏਗੀ ਤਹਡੇ ਕੋ ਲਿਹੋ ਟਿਕਾਏ। ਤੇ ਉੱਥੇ ਆਪਦਾ ਡੇਰਾ ਸਾਰਾ ਲਾ ਲੈਣਾ। ਵੀ ਬਲਦ ਸਭ ਗੱਡੇ ਵਿਹਲੇ ਕਰਦੇ ਨੇ ਤੇ ਸਮਾਨ ਸਾਰਾ ਜਿਵੇਂ ਕੋਈ ਪੱਕੀ ਥਾਂ ਸਮਝ ਲਓ, ਥਾਂ ਤੁਹਾਡੀ ਹੈ। ਮਹਾਰਾਜ ਕਹਿੰਦੇ ਜਿੱਥੇ ਸ਼ਾਮ ਪੈ ਗਈ ਉੱਥੇ ਆਪਦਾ ਸਾਰਾ ਡੰਡਾ ਡੋਰੀ ਡੇਰਾ ਪਾ ਲੈਣਾ ਤੇ ਉੱਥੇ ਰੁਕ ਜਾਣਾ ਹੈ। ਰਚੋ ਸਦਨ ਸਭ ਗ੍ਰਾਮ ਬਸਾਵਹੁ। ਮਹਾਰਾਜ ਕਹਿੰਦੇ ਉੱਥੇ ਤੁਹਾਡਾ ਪਿੰਡ ਵਸੇਗਾ, ਉੱਥੇ ਹੀ ਰਹਿਣਾ, ਫਿਰ ਉੱਥੋਂ ਗਾਂਹ ਪਿਛਾਂ ਕਿਤੇ ਨਹੀਂ ਤੁਸਾਂ ਜਾਣਾ ਹੈ। ਕਰੋ ਬਾਸ ਕੋ ਮਿਲ ਸੁਖ ਪਾਵਹੁ। ਸਭ ਮਹਾਰਾਜ ਕਹਿੰਦੇ ਆਨੰਦ ਮਾਣੋ, ਜਾਓ ਕਰੋ ਆਪਦਾ ਸਮਾਨ ਦਾ ਪਹਿਰਾ, ਇਕੱਠੇ ਕਰੋ ਸਮਾਨ ਆਪਦੇ ਤੇ ਲੱਦੋ ਤੇ ਇੱਥੋਂ ਤੁਰ ਪਾਓ। ਜਿੱਥੇ ਸ਼ਾਮ ਪੈ ਗਈ ਉੱਥੇ ਟਿਕ ਜਾਣਾ, ਉੱਥੇ ਹੀ ਤੁਹਾਡਾ ਪਿੰਡ ਵਸ ਜਾਵੇਗਾ, ਉੱਥੇ ਹੀ ਤੁਸੀਂ ਸੁੱਖ ਪਾ ਕੇ ਰਹਿ ਲੈਣਾ ਕਰਨਾ ਜੀ। ਤਹਾਂ ਬਿਗਨ ਜੇ ਹੋਏ ਤੁਮਾਰੇ। ਕਹਿੰਦੇ ਮਹਾਰਾਜ ਉਹ ਗਾਂ ਜ਼ਮੀਨ ਤਾਂ ਕਿਸੇ ਦੀ ਹੋਏਗੀ ਨਾ ਜਿੱਥੇ ਜਾਵਾਂਗੇ, ਤੇ ਫੇਰ ਜੇ ਜਿਹੜਾ ਉੱਥੋਂ ਦਾ ਮਾਲਕ ਹੋਏਗਾ ਉਹਨੂੰ ਕੀ ਕਹਾਂਗੇ? ਮਹਾਰਾਜ ਕਹਿੰਦੇ ਵੀ ਜੇ ਤੁਹਾਨੂੰ ਉਹ ਜ਼ਮੀਨ ਬਾਬਤ, ਕਿਉਂਕਿ ਮਹਾਰਾਜ ਤਾਂ ਅੰਤਰਜਾਮੀ ਸਨ ਪਾਤਸ਼ਾਹ ਜੀ, ਕਿਸੇ ਆਫਰੇ ਹੋਏ ਹੰਕਾਰੀ ਦਾ ਮਹਾਰਾਜ ਨੇ ਨਾਸਾਂ ਭੰਨਣੀਆਂ ਕਰਕੇ ਮਹਾਰਾਜ ਇਹ ਸਭ ਕੁਝ ਕਰ ਰਹੇ। ਪਤਾ ਤਾਂ ਮਹਾਰਾਜ ਨੂੰ ਹੈ ਹੀ ਸੀ ਵੀ ਇਹ ਕਿੱਥੇ ਰੁਕਣਗੇ, ਕਿਉਂਕਿ ਪਾਤਸ਼ਾਹ ਤੋਂ ਕੀ ਭੁੱਲਿਆ, ਮਹਾਰਾਜ ਨੂੰ ਤਾਂ ਪਤਾ ਹੀ ਸੀ ਵੀ ਇਹ ਜਿਹੜਾ ਜੈਤ ਪੁਰਾਣਾ ਬੜਾ ਬਦਮਾਸ਼ ਬਣਿਆ ਮਾਲਵੇ 'ਚ, ਇਹਦੇ ਮਹਾਰਾਜ ਨੇ ਨਾਸਾਂ ਭਣਾਉਣੀਆਂ ਇਹਨਾਂ ਮਾੜਿਆਂ ਤੋਂ ਹੀ। ਤੇ ਗਰੀਬ ਨਵਾਜ ਨੂੰ ਸਾਰੀ ਖੇਡ ਆਪ ਵਰਤਾਉਣੀ ਕਰਕੇ ਨਾ ਪਾਤਸ਼ਾਹ ਨੇ ਮਹਾਰਾਜ ਕਹਿੰਦੇ ਇੱਥੋਂ ਤੁਰ ਪਾਓ, ਜਿੱਥੇ ਸ਼ਾਮ ਪੈ ਗਈ ਉੱਥੇ ਉਤਰ ਪੈਣਾ।
ਕਹਿੰਦੇ ਮਹਾਰਾਜ ਜੀ ਦੀ ਜ਼ਮੀਨ ਜੋ ਕੁਛ ਕਹੇ। ਮਹਾਰਾਜ ਕਹਿੰਦੇ ਜੇ ਤੁਹਾਨੂੰ ਉੱਥੇ ਰਹਿੰਦਿਆਂ ਨੂੰ ਕੋਈ ਵਿਘਨ ਪਏਗਾ, ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰੇਗਾ, ਉੱਠਣ ਨੂੰ ਆਖੇਗਾ, ਸਤਿਗੁਰ ਹੋਏ ਸਹਾਈ ਦੈ ਟਾਰੇ। ਤੇ ਕੋਈ ਨਹੀਂ, ਗੁਰੂ ਹਰਗੋਬਿੰਦ ਸਾਹਿਬ ਮਹਾਂਬਲੀ ਸ਼ੂਰਬੀਰ ਹੈ, ਸੱਚੇ ਪਾਤਸ਼ਾਹ ਜੀ ਸਾਡੇ ਦਾਦੇ ਸਤਿਗੁਰੂ ਕਿਰਪਾ ਕਰਨਗੇ ਤੇ ਆਪੇ ਉਹ ਮੁਸੀਬਤ ਟਾਲ ਦੇਣਗੇ। ਏਮ ਸੁਨ ਕੈ ਸਗਰੇ ਕਰ ਬੰਦ। ਇਹ ਬਚਨ ਸੁਣ ਕੇ ਸਾਰਿਆਂ ਨੇ ਮਹਾਰਾਜ ਦੇ ਅੱਗੇ ਹੱਥ ਜੋੜ ਲਏ ਐ, ਬੜੇ ਖੁਸ਼ ਹੋਏ ਹਨ। ਕੀਨ ਬੰਦਨਾ ਪਦ ਅਰਬਿੰਦ। ਮਹਾਰਾਜ ਦੇ ਚਰਨ ਕਮਲਾਂ ਤੇ ਨਾ ਮਹਾਰਾਜ ਕਿਆਂ ਨੇ ਸਤਿਗੁਰਾਂ ਦੇ ਪਵਿੱਤਰ ਚਰਨ ਪਰਸੇ ਤੇ ਨਮਸਕਾਰਾਂ ਕੀਤੀਆਂ ਹਨ। ਮਾਨਿਓ ਹੁਕਮ ਸਿਦਕ ਔਰ ਧਾਰਾ। ਤੇ ਸਿਦਕ ਰੱਖਿਆ ਬਚਨ ਤੇ। ਬਿਕ ਤਾਂ ਹੁੰਦਾ ਨਾ ਮਹਾਰਾਜ ਕੁਝ ਕਹਿ ਦੇਣ ਤੇ ਉਹ ਮੁੜ ਕੇ ਸਿਰ ਤਾਂ ਹਿਲਾਈ ਜਾਣਾ, ਪਰ ਉਹ ਮੰਨਣਾ ਨਾ। ਇਹਨਾਂ ਨੇ ਸਿਦਕ ਰੱਖਿਆ ਵੀ ਚਲੋ ਜੇ ਗੁਰੂ ਹਰਿ ਸਾਹਿਬ ਜੀ ਕਹਿੰਦੇ ਤੇ ਇਸੇ 'ਚ ਹੀ ਸਾਡਾ ਭਲਾ ਹੈ। ਮਹਾਰਾਜ ਦੇ ਬਚਨ ਤੇ ਸਿਦਕ ਰੱਖ ਕੇ ਤੇ ਇਹਨਾਂ ਨੇ ਮਹਾਰਾਜ ਨੂੰ ਹਾਂ ਕਰ ਦਿੱਤੀ ਵੀ ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਹੈ ਜੀ। ਸਫਲ ਕਾਜ ਹੋਏ ਹਿਰਦੇ ਵਿਚਾਰਾ। ਤੇ ਇਹਨਾਂ ਨੇ ਵਿਚਾਰ ਲਿਆ ਵੀ ਜੇ ਗੁਰੂ ਹਰਿ ਸਾਹਿਬ ਨੇ ਕਿਹਾ ਤੇ ਸਾਡਾ ਕਾਰਜ ਜ਼ਰੂਰ ਸਫਲ ਹੋਏਗਾ, ਸਾਡੇ ਸੋਹਣੇ ਘਰ ਬਣ ਜਾਣਗੇ, ਸੋਹਣਾ ਪਿੰਡ ਵਸ ਜਾਏਗਾ। ਜਿਨ ਆਇਸ ਮਹਿ 14 ਭਵਨ। ਕਿਉਂਕਿ ਮਹਾਰਾਜ ਕੇ ਜਾਣਦੇ ਵੀ ਗੁਰੂ ਹਰਿ ਸਾਹਿਬ ਜੀ ਪਾਤਸ਼ਾਹ ਉਹ ਹਨ ਜਿਨ੍ਹਾਂ ਦੇ ਹੁਕਮ ਵਿੱਚ, ਜਿਨ੍ਹਾਂ ਦੇ ਕਹਿਣੇ ਵਿੱਚ, ਜਿਨ੍ਹਾਂ ਦੇ ਭਾਣੇ ਵਿੱਚ ਇਹ ਕੱਲਾ ਸੰਸਾਰ ਹੀ ਨਹੀਂ 14 ਭਵਨ ਵੀ ਚੱਲਦੇ ਹੈ। 14 ਲੋਕ ਮਹਾਰਾਜ ਦੇ ਹੁਕਮ ਵਿੱਚ ਹਨ। ਨਰਬਪੁਰੀ ਕੀ ਗਿਣਤੀ ਕਵਨ। ਤੇ ਆ ਮਨੁੱਖ ਕੌਣ ਹੈ ਵਿਚਾਰੇ, ਬੰਦੇ ਦੀ ਕੀ ਗਿਣਤੀ ਹੈ? ਗੁਰੂ ਹਰਿ ਸਾਹਿਬ ਦੀ ਤਾਂ 14 ਭਵਨਾਂ ਵਿੱਚ ਚੱਲਦੀ ਹੈ। ਗੁਰ ਤੇ ਹੋਏ ਬਿਸਰਜਨ ਚੱਲੇ। ਇਹਨਾਂ ਸਾਧ ਸੰਗਤ ਦੀ ਮਹਾਰਾਜ ਨੇ ਬਚਨ ਕਿਹਾ, ਹੁਕਮ ਮਹਾਰਾਜ ਦਾ ਮੰਨ ਕੇ ਸਤਿਗੁਰਾਂ ਤੋਂ ਆਗਿਆ ਲੈ ਕੇ ਤੁਰ ਪਏ ਐ। ਸਿਰ ਕੀ ਬਾਸ ਲਾਦ ਕਰ ਭਲੇ। ਤੇ ਸੰਗਤ ਜੀ ਉਹ ਸਿਰਕੀਆਂ ਜਿਹੜੀਆਂ ਸੀ ਜਿਨ੍ਹਾਂ ਵਿੱਚ ਰਹਿੰਦੇ, ਇੱਕ ਰਾਤ ਇਹਨਾਂ ਨੇ ਇੱਥੇ ਬਤੀਤ ਕੀਤੀ, ਕਿਉਂ ਤਰਕਾਲਾਂ ਹੋ ਗਈਆਂ ਸਨ। ਇੱਕ ਰਾਤ ਇਹਨਾਂ ਨੇ ਇੱਥੇ ਬਤੀਤ ਕੀਤੀ ਹੈ। ਮਾਰਗ ਚਲਤ ਦਿਵਸ ਕੋ ਟਾਰਾ। ਤੇ ਇਦਾਂ ਸਾਧ ਸੰਗਤ ਜੀ ਵੀ ਜਦੋਂ ਦਿਨ ਚੜ੍ਹਿਆ, ਜਾਂ ਕਹਿ ਲਓ ਵੀ ਉਹ ਜਿਹੜੀਆਂ ਲੱਦ ਲਈਆਂ ਸਿਰਕੀਆਂ ਜਾਂਦੇ ਮਹਾਰਾਜ ਦਾ ਹੁਕਮ, ਦਿਨ ਖੜਾ ਸੀ ਅਜੇ, ਤੇ ਸਤਿਗੁਰਾਂ ਦਾ ਹੁਕਮ ਮੰਨ ਕੇ ਸਾਰਾ ਡੰਡਾ ਡੋਰੀ ਗੱਡਿਆਂ ਤੇ ਲੱਦਿਆ ਤੇ ਇੱਥੋਂ ਤੁਰਦਿਆਂ ਤੁਰਦਿਆਂ ਸਾਰਾ ਦਿਨ ਜਿੱਧਰ ਨੂੰ ਮਹਾਰਾਜ ਨੇ ਇਸ਼ਾਰਾ ਕੀਤਾ ਸਾਰੇ ਮਹਾਰਾਜ ਕੇ ਫੂਲ ਬੰਸੀਏ ਤੁਰੇ ਗਏ ਹਨ। ਇਸਤਰੀ ਪੁਰਖ ਸਹਿਤ ਪਰਵਾਰਾ। ਸਾਰੇ ਪਰਿਵਾਰ ਬਲ ਬਾਲ ਬੱਚੇ ਜਿੰਨੇ ਕੋ ਬਿਰਧ ਸਨਗੇ, ਪਸ਼ੂ ਸਭ ਕੁਝ ਹੀ ਨਾਲ ਲੈ ਕੇ ਬਿਲਕੁਲ ਸਾਫ਼ ਕਰਕੇ ਨਾ ਥਾਂ ਵਿਹਲਾ ਕਰ ਦਿੱਤਾ ਕੌੜਿਆਂ ਦੀ ਜ਼ਮੀਨ ਨੂੰ ਤੇ ਚਾਲਾ ਪਾ ਦਿੱਤਾ, ਤੁਰ ਪਏ ਹਨ। ਗਮਨਤ ਜਬ ਸੰਧਿਆ ਪਰ ਗਈ। ਤੁਰਦਿਆਂ ਤੁਰਦਿਆਂ ਸਾਧ ਸੰਗਤ ਜੀ ਮਹਾਰਾਜ ਦੇ ਹੁਕਮ ਅਨੁਸਾਰ ਜਿੱਥੇ ਕ ਜਾ ਕੇ ਰਾਤ ਪੈ ਗਈ ਹੈ। ਡੇਰਾ ਕਰਨ ਥਾਮ ਲਖ ਲਈ। ਇਹਨਾਂ ਨੇ ਜਾਣ ਲਿਆ ਵੀ ਮਹਾਰਾਜ ਦਾ ਹੁਕਮ ਹੋ ਗਿਆ, ਆ ਹੀ ਆਪਣਾ ਆਉਣ ਵਾਲਾ ਸਮਾਂ ਤੇ ਇਹੀ ਭਵਿੱਖ ਹੈ ਆਪਣਾ। ਜਾਣ ਕੇ ਗੁਰੂ ਹਰਿ ਮਹਾਰਾਜ ਦਾ ਹੁਕਮ ਤੇ ਜਦੋਂ ਸੰਧਿਆ ਹੋਈ, ਸ਼ਾਮ ਪਈ ਹੈ, ਅਵਨੀ ਰਵਨੀ ਬਸ ਬੇਹ ਜੋਗ। ਤੇ ਉਹਨਾਂ ਨੇ ਜਾਣ ਕੇ ਰਹਿਣ ਯੋਗ ਪੱਧਰੀ ਜੀ ਥਾਂ, ਸਾਫ਼ ਸੁਥਰੀ ਉਹ ਥਾਂ ਜਿਹੜੀ ਕੋਈ ਜਿਵੇਂ ਪੱਧਰਾ ਥਾਂ ਵੇਖ ਕੇ ਇੱਕ ਟਿਕਾਣਾ ਜਿੱਥੇ ਹੁਣ ਸੰਗਤ ਜੀ ਮਹਾਰਾਜ ਵਸਿਆ ਹੋਇਆ, ਇਹ ਵਿਹਲਾ ਹੀ ਸੀ ਉਦੋਂ। ਤੇ ਗੁਰੂ ਹਰਿ ਸਾਹਿਬ ਦਾ ਹੁਕਮ ਮੰਨ ਕੇ ਇੱਥੇ ਕਿ ਇਹਨਾਂ ਨੂੰ ਰਾਹਤ ਹੋ ਗਈ ਤੇ ਇੱਥੇ ਹੀ ਇਹਨਾਂ ਨੇ ਸਾਰੀ ਧਰਤੀ ਜਿਹੜੀ ਮੱਲ ਲੈਣਾ ਕੀਤੀ ਹੈ। ਕੀਨ ਬੇਲੋਕ ਉਤਰੇ ਲੋਕ। ਤੇ ਸਾਰੇ ਲੋਕ ਉਤਰ ਪਏ, ਜਿੰਨੇ ਮਾਰਕਾ ਜਿੰਨਾ ਡੰਡਾ ਡੋਰਾ ਸਾਰਾ ਇਹਨਾਂ ਨੇ ਉੱਥੇ ਉਤਾਰ ਲੈਣਾ ਕੀਤਾ ਹੈ। ਅਬ ਮਹਾਰਾਜ ਕੇ ਗ੍ਰਾਮ ਜਹਾਂ ਹੈ। ਹੁਣ ਅੱਗੇ ਕਵੀ ਸੰਤੋਖ ਸਿੰਘ ਹੁਣ ਦੀ ਗੱਲ ਲਿਖਦੇ, ਕਹਿੰਦੇ ਵੀ ਉਹ ਥਾਂ ਹੈ ਇਹਨਾਂ ਨੇ ਉੱਥੇ ਟਿਕਾ ਪਾਇਆ ਸੀ ਜਿੱਥੇ ਹੁਣ ਫੂਲ ਮਹਾਰਾਜ ਨਗਰ ਹੈ ਨਾ ਮਾਲਵੇ ਅੰਦਰ, ਆਪਾਂ ਦਰਸ਼ਨ ਮੇਲੇ ਕਰਨ ਜਾਂਦੇ ਉੱਥੇ ਮਹਾਰਾਜ ਦੇ 6ਵੇਂ ਪਾਤਸ਼ਾਹ ਦੇ ਬੜੇ ਸੁੰਦਰ ਸਥਾਨ ਹੈ ਗੁਰੂਸਰ ਸਾਹਿਬ। ਤੇ ਉਹ ਸਥਾਨ ਕਵੀ ਰਾਜ ਕਹਿੰਦੇ ਵੀ ਉਹ ਸਥਾਨ ਸੀ ਜਿੱਥੇ ਇਹਨਾਂ ਨੇ ਆ ਕੇ ਡੇਰਾ ਪਾਇਆ ਹੈ। ਗੁਰੂ ਹੁਕਮ ਤੇ ਥਿਰੇ ਤਹਾਂ ਹੈ। ਤੇ ਇਹਨਾਂ ਗੁਰੂ ਹਰਿ ਸਾਹਿਬ ਦਾ ਹੁਕਮ ਪ੍ਰਾਪਤ ਕਰਕੇ ਉਸੇ ਥਾਂ ਤੇ ਉਤਰ ਪਏ ਹਨ। ਕਰਿਓ ਜਾਮਨੀ ਮਹਿ ਬਿਸਰਾਮੂ। ਤੇ ਇੱਕ ਰਾਤ ਇਹਨਾਂ ਨੇ ਇੱਥੇ ਹੀ ਖੁੱਲੇ ਅਸਮਾਨ ਦੇ ਵਿੱਚ ਵਿਸ਼ਰਾਮ ਕੀਤਾ, ਟਿਕ ਗਏ ਹਨ। ਖਾਨ ਪਾਨ ਤੇ ਲੀਨ ਆਰਾਮੂ। ਤੇ ਇੱਥੇ ਹੀ ਇਹਨਾਂ ਨੇ ਲੰਗਰ ਆਪਦਾ ਪ੍ਰਸ਼ਾਦਾ ਤਿਆਰ ਕੀਤਾ ਸਾਰੇ ਮਹਾਰਾਜਕਿਆਂ ਨੇ, ਤੇ ਰਾਤ ਹੋਈ ਤੋਂ ਬਰਾਜ ਗਏ ਹਨ। ਭਈ ਪ੍ਰਭਾਤ ਧਾਮ ਜਿਮ ਹੋਏ। ਜਦੋਂ ਸੰਗਤ ਜੀ ਦਿਨ ਚੜ੍ਹਿਆ ਨਾ ਤੇ ਜਿਵੇਂ ਕੋਈ ਮਾਨੋ ਘਰ ਪੈ ਹੀ ਗਏ ਹੁਣ ਵੀ, ਕਿਉਂਕਿ ਪਰਿਵਾਰ ਨਾਲ ਸੀ, ਉਹ ਥੋੜ੍ਹੀ ਥੋੜ੍ਹੀ ਥਾਂ ਮੱਲ ਕੇ ਆਪੋ ਆਪਣੀ ਵੀ ਇੱਥੇ ਇੰਨਾ ਕੁ ਥਾਂ ਮੇਰਾ, ਇੰਨਾ ਕੁ ਤੇਰਾ, ਉਹ ਇੱਦਾਂ ਜਿਹਦੇ ਕੋਲ 2-4 ਪੁੱਤ ਸਾਨੂੰ ਉਨੀ ਕੁ ਵੱਧ ਥਾਂ, ਉਹ ਸਾਰਿਆਂ ਨੇ ਆਪਣੀ ਰਾਤੋਂ ਰਾਤ ਵੀ ਅੰਦਾਜ਼ੇ ਨਾਲ ਰਾਤ ਉਸ ਹਿਸਾਬ ਨਾਲ ਹੀ ਥਾਂ ਤੇ ਆਪਦੇ ਭਾਂਡੇ ਟੀਂਡੇ ਲਾ ਲਏ
ਤੇ ਥੋੜਾ ਥੋੜਾ ਥਾਂ ਛੱਡ ਕੇ ਐਂ ਸਾਰੇ ਦੂਰ ਤੱਕ ਬੈਠ ਗਏ ਹਨ। ਕਿਮ ਬਿਥਾਰ ਕਰ ਉਤਰੇ ਸੋਈ। ਵੀ ਉਹ ਸਾਰਾ ਕੁਝ ਖੁੱਲੇ ਥਾਂ ਵਿੱਚ, ਕਿਉਂਕਿ ਗਿਣਤੀ ਚੰਗੀ ਸੀ ਇਹਨਾਂ ਦੀ, ਕਾਫੀ ਖੁੱਲੇ ਥਾਂ ਵਿੱਚ ਸਾਰੇ ਉੱਤਰ ਪਏ ਹਨ। ਜੈਤ ਪਿਰਾਨਾ ਰਾਹ ਤੇ ਕਰਹਿ। ਉਹ ਸਾਧ ਸੰਗਤ ਜੀ ਵੀ ਇਹ ਜ਼ਮੀਨ ਸੀਗੀ ਰੱਬੋਂ ਹੀ ਜੈਤ ਪੁਰਾਣੇ ਦੀ, ਜਿਹੜਾ ਉਹ ਕੌੜੇ ਕਹਿੰਦਾ ਜਵਾਈ ਸੀ, ਪ੍ਰਾਹੁਣਾ ਸੀ, ਉਹਦੀ ਜ਼ਮੀਨ ਸੀ ਇਹ। ਭਾਖੜੇ ਤੇ ਭਾਖੜੀ ਪਿੰਡ ਇੱਥੇ, ਭੋਖੜਾ ਤੇ ਇੱਦਾਂ ਪਿੰਡ ਵੱਜਦੇ ਇੱਥੇ ਬਠਿੰਡੇ ਲੱਗ ਗਈ ਹੈ, ਇਹ ਇੱਥੋਂ ਦਾ ਸੀਗਾ। ਤੇ ਇਹ ਜਿਹੜਾ ਕੋਈ ਜੈਤ ਪੁਰਾਣਾ ਬਹੁਤ ਭਾਰੀ ਤੜਿਆ ਹੰਕਾਰਿਆ ਬਦਮਾਸ਼ ਹੈ, ਇਸੇ ਦੀ ਜ਼ਮੀਨ ਹੈ ਜਿੱਥੇ ਇਹਨਾਂ ਨੇ ਲਿਆ, ਇਹਦੇ ਤੋਂ ਡਰਦੇ ਸੀ ਤੇ ਮਰਨ ਨੇ ਲਿਜਾ ਕੇ ਉਹਨਾਂ ਦੀ ਜ਼ਮੀਨ 'ਚ ਹੀ ਉੱਥੇ ਇਹਨਾਂ ਦਾ ਤਾਰਾ ਕਰਵਾ ਦਿੱਤਾ ਹੈ। ਮਾਲਕ ਤਿਸ ਅਵਨੀ ਕੋ ਤੇ ਅਹੈ। ਇਹ ਮਹਾਰਾਜਕਿਆਂ ਨੂੰ ਨਹੀਂ ਪਤਾ ਸੀ ਵੀ ਇਹ ਜ਼ਮੀਨ ਜਿਹੜੀ ਹੈ ਉਹ ਉਹਦੀ ਹੈ, ਜੈਤ ਪੁਰਾਣੇ ਦੀ। ਇਹ ਵਿਚਾਰਿਆਂ ਦੇ ਕੋਈ ਖਿਆਲ ਨਹੀਂ, ਪਰ ਮਾਲਕ ਸਾਰੀ ਜ਼ਮੀਨ ਦਾ ਇਸ ਇਲਾਕੇ ਦਾ ਜੈਤ ਪੁਰਾਣਾ ਹੈ। ਜਿਸ ਕੇ ਸਮ ਦੂਜਾ ਬਲਵਾਨ ਨਾ। ਤੇ ਜੈਤ ਪੁਰਾਣਾ ਉਹ ਸ਼ਖਸ ਹੈ, ਕਵੀ ਰਾਜ ਕਹਿੰਦੇ, ਜਿਹਦੇ ਬਰਾਬਰ ਸਾਰੇ ਮਾਲਵੇ ਦੇ ਵਿੱਚ ਹੋਰ ਕੋਈ ਸਿਰ ਕੱਢ ਸੂਰਮਾ ਜਰਨੈਲ ਨਹੀਂ ਹੈ ਸੀ। ਪਕੜਹਿ ਬਾਨਨ ਤੇ ਪੰਚਾਨਨ। ਤੇ ਕਹਿੰਦੇ ਵੀ ਐਡਾ ਜਿਹੜਾ ਬਲੀ ਸੀਗਾ ਜੈਤ ਪੁਰਾਣਾ, ਵੀ ਆਪਦੇ ਹੱਥਾਂ ਦੇ ਨਾਲ ਵੀ ਸ਼ੇਰ ਫੜ ਕੇ ਤੇ ਮਾਰ ਦਿੰਦਾ ਸੀ ਬਿਨਾਂ ਹਥਿਆਰ ਤੋਂ। ਐਡਾ ਜਰਵਾਣਾ ਵੀ 6.5 ਪੌਣੇ 7 ਫੁੱਟ ਦੇ ਲਗਭਗ ਇਹਦਾ ਕੱਦ ਕਾਠ ਹੈ ਸੀ। ਤਿਸਨੇ ਇਨਕੀ ਸੁਧ ਸਭ ਸੁਣੀ। ਜਦੋਂ ਕਿਸੇ ਨੇ ਦੱਸਿਆ ਵੀ ਜਿਹੜੇ ਉਹ ਮਹਾਰਾਜ ਕੇ ਬੈਠੇ ਸੀ ਨਾ ਉਧਰ ਤੇਰੇ ਸਹੁਰਿਆਂ ਵੱਲ ਕੌੜਿਆਂ ਦੀ ਜ਼ਮੀਨ 'ਚ, ਉਹ ਉੱਥੋਂ ਉੱਠੇ ਆ ਤੇ ਆ ਕੇ ਤੇ ਉਹਨਾਂ ਨੇ ਆਪਣੇ ਥਾਂ ਵਿੱਚ ਲਿਆ, ਡੰਡਾ ਡੋਰੀ ਪਾਇਆ, ਇੱਥੇ ਆ ਕੇ ਬਹਿ ਗਏ। ਜਦੋਂ ਜੈਤ ਪੁਰਾਣੇ ਨੇ ਸਾਰੀ ਗੱਲਬਾਤ ਸੁਣੀ ਹੈ, ਬਸਵੇ ਹਿਤ ਅਵਨੀ ਚਹਿਕਨੀ। ਵੀ ਉਹ ਤਾਂ ਇੱਛਾ ਰੱਖਦੇ, ਉਹ ਤਾਂ ਬਾਈ ਪੱਕੀ ਜ਼ਮੀਨ ਮੱਲ ਕੇ ਬਹਿ ਗਏ, ਵੀ ਉਹ ਤਾਂ ਐਂ ਹੀ ਸੁਣੀਦਾ ਵੀ ਉਹ ਤਾਂ ਪੱਕਾ ਪਿੰਡ ਬੰਨਣ ਨੂੰ ਫਿਰਦੇ ਆ। ਕਾਲਾ ਕਰਮ ਚੰਦ ਜੇ ਰਾਹਕ। ਜਿਹੜਾ ਕਾਲਾ ਹੈ ਉਹਨਾਂ ਦਾ ਕੋਈ ਬਜ਼ੁਰਗ, ਇਹਨਾਂ ਦਾ ਮਹਾਰਾਜਕਿਆਂ ਦਾ ਕਰਮਚੰਦ ਨਾਮ ਦੇ ਐਸੇ ਜਿਹੜੇ ਉਹਨਾਂ ਦੇ ਬਜ਼ੁਰਗ ਹਨ ਜ਼ਮੀਂਦਾਰ, ਮੁਖ ਮਹਾਰਾਜ ਕੇ ਮਹਿ ਗਾਹਕ। ਉਹ ਵੀ ਸਾਰੇ ਆਏ ਹੋਏ ਆ ਤੇ ਉਹ ਜ਼ਮੀਨ ਦੇ ਗਾਹਕ ਹੈ, ਭਾਵ ਜ਼ਮੀਨ ਦੀ ਇੱਛਾ ਰੱਖਦੇ ਆ ਵੀ ਦੇਣਾ ਲੈਣਾ ਤਾਂ ਉਹਨਾਂ ਕੁਝ ਵੀ ਨਹੀਂ, ਨਾ ਉਹਨਾਂ ਕੋਲ ਹੈ ਵੀ ਕੁਝ ਨਹੀਂ ਦੇਣ ਨੂੰ, ਤੇ ਪਰ ਉਹ ਤਾਂ ਜ਼ਮੀਨ ਜਿਹੜੀ ਆ ਨਾ ਉਹ ਕਬਜ਼ਾ ਕਰਿਆ ਚਾਹੁੰਦੇ ਆ, ਆਪਦਾ ਪਿੰਡ ਵਸਾਇਆ ਚਾਹੁੰਦੇ ਹਨ। ਆਪਨੋ ਮਾਨੁਖ ਤੁਰਤ ਪਠਾਇਓ। ਸੁਣ ਕੇ ਤੇ ਜੈਤ ਪੁਰਾਣੇ ਨੂੰ ਤਾਂ ਅੱਗ ਲੱਗ ਗਈ ਸੁਣ ਕੇ। ਇਹਨੇ ਆਪਦਾ ਇੱਕ ਬੰਦਾ ਸੁਨੇਹਾ ਦੇ ਕੇ ਮਹਾਰਾਜਕਿਆਂ ਕੋਲ ਭੇਜਿਆ ਹੈ। ਇਹਾ ਨਾ ਠਹਿਰੋ ਭਾਖ ਸੁਣਾਇਓ। ਉਹਨੇ ਜਾ ਕੇ ਦਬਕਾ ਮਾਰਿਆ ਇਹਨਾਂ ਨੂੰ ਵੀ ਉਹ ਮਹਾਰਾਜ ਕਿਉਂ ਇੱਥੇ ਪਤਾ ਨਹੀਂ ਕਿੰਦੀ ਜ਼ਮੀਨ ਆ, ਚੁੱਕੋ ਡੰਡਾ ਡੋਰੀ, ਇੱਥੇ ਨਹੀਂ ਤੁਹਾਡਾ ਕੁਝ ਬਣਨਾ ਹੈ। ਮੈਂ ਬੈਠਿਓ ਮਾਲਕ ਨਿਜ ਧਰਨੀ। ਮੈਨੂੰ ਜੈਤ ਪੁਰਾਣੇ ਨੇ ਭੇਜਿਆ ਤੇ ਜੈਤ ਪੁਰਾਣਾ ਕਹਿੰਦਾ ਵੀ ਇਹ ਜ਼ਮੀਨ ਮੇਰੀ ਹੈ ਤੇ ਇਹ ਜ਼ਮੀਨ ਦਾ ਮਾਲਕ ਅਜੇ ਮੈਂ ਜਿਉਂਦਾ ਹਾਂ। ਕਰੋ ਸੰਭਾਰਨ ਜਿਉ ਨਿਜ ਤਰਨੀ। ਇਸ ਜ਼ਮੀਨ ਦੀ ਰਾਖੀ ਮੈਂ ਇਦਾਂ ਕਰਾਂਗਾ ਜਿਵੇਂ ਕੋ ਆਪਦੀ ਪਤਨੀ ਦੀ ਇਸਤਰੀ ਦੀ ਕਰਦਾ ਹੈ। ਬਿਨਾ ਬਿਲੰਬ ਕੂਚ ਕਰ ਜਾਵਹੁ। ਉਹਨੇ ਸੁਣਾਇਆ, ਜਿਹੜਾ ਕੋ ਲੈ ਕੇ ਆਇਆ ਨਾ ਸੁਨੇਹਾ, ਕਹਿੰਦਾ ਵੀ ਜੈਤ ਪੁਰਾਣੇ ਨੇ ਕਿਹਾ ਵੀ ਦੇਰੀ ਨਾ ਲਾਓ, ਇੱਥੋਂ ਹੱਲੇ ਦੇ ਨਾਲ ਹੀ ਆਪਦਾ ਡੰਡਾ ਡੋਰੀ ਚੁੱਕੋ ਤੇ ਇੱਥੋਂ ਤੁਰਦੇ ਬਣੋ, ਗਾਂ ਕੋਈ ਥਾਂ ਵੇਖ ਲਵੋ। ਆਨ ਥਾਨ ਕਿਤ ਬਾਸ ਬਸਾਵਹੁ। ਵੀ ਇੱਥੇ ਨਹੀਂ ਰਹਿਣਾਗਾ, ਬਸ ਇੱਥੋਂ ਜਿੰਨਾ ਛੇਤੀ ਹੋ ਸਕਦਾ ਹੈ ਆਪਦਾ ਡੰਡਾ ਡੋਰੀ ਚੁੱਕੋ, ਨਹੀਂ ਤਾਂ ਬਹੁਤ ਡਾਂਗ ਫਿਰੇਗੀ, ਇੱਥੇ ਨਹੀਂ ਕਿਸੇ ਨੇ ਟਿਕਣਾ, ਇੱਥੋਂ ਚੁੱਕੋ ਆਪਦਾ ਡੰਡਾ ਡੋਰੀ, ਕੋਈ ਹੋਰ ਥਾਂ ਵੇਖ ਲੈਣਾ ਕਰੋ। ਨਹੀਂ ਤਾਂ ਮੈਂ ਚੜ੍ਹ ਕੇ ਚੱਲ ਆਵਹੁ। ਨਹੀਂ ਤਾਂ ਜੈਤ ਪੁਰਾਣੇ ਦਾ ਸੁਨੇਹਾ ਆਇਆ ਵੀ ਜੇ ਨਾ ਗਏ ਮਹਾਰਾਜ ਕੇ ਥਾਂ ਛੱਡ ਕੇ ਤੇ ਮੈਂ ਆਪ ਚੜ ਕੇ ਆਵਾਂਗਾ। ਲੜੇ ਹਨੋ ਨਤ ਲੂਟ ਮਚਾਵਹੁ। ਜੇ ਲੜੋਗੇ ਮਹਾਰਾਜ ਕਿਉਂ ਤੇ ਮਾਰੇ ਜਾਓਗੇ ਜੈਤ ਪੁਰਾਣੇ ਨਾਲ, ਤੇ ਜੇ ਇੱਥੇ ਰਹੋਗੇ ਹੱਥ ਵੀ ਜੋੜੋਗੇ ਤਾਂ ਵੀ ਜਿਹੜਾ ਪਹਿਲੀ ਗੱਲ ਤਾਂ ਤੁਹਾਡੇ ਕੋਲ ਹੈ ਹੀ ਕੁਛ ਨਹੀਂ, ਉੱਦਾਂ ਨੰਗ ਮਲੰਗ ਜੇ। ਪਰ ਉਹ ਜੈਤ ਪੁਰਾਣਾ ਕਹਿੰਦਾ ਨਾ ਮੱਝ ਵੱਛੀ ਕੱਟੀ ਕੋਈ ਮੈਂ ਛਪਰੀ ਵੀ ਨਹੀਂ ਛੱਡਣੀ ਤੁਹਾਡੇ ਕੋਲੋਂ, ਜਿਹੜਾ ਕੁਝ ਹੈਗਾ ਇਹ ਵੀ ਖੋਹ ਲਵਾਂਗਾ ਤੇ ਇੱਥੋਂ ਜਿਹੜੇ ਆ ਨਾ ਉਹ ਏਦਾਂ ਹੀ ਭਜਾਵਾਂਗਾ ਖਾਲੀ ਕਰਕੇ। ਆਪਣੀ ਸੀਮਨ ਕਾ ਸੋ ਸਾਰੇ। ਇਸ ਕਰਕੇ ਤੁਹਾਡੀ ਇੱਥੇ ਹੀ ਭਲਮਾਨਸੀ ਹੈ ਵੀ ਜੈਤ ਪੁਰਾਣੇ ਦਾ ਹੁਕਮ ਹੈ ਵੀ ਸਾਡੀ ਸੀਮਾ 'ਚੋਂ ਜਿੱਥੋਂ ਤੱਕ ਜੈਤ ਪੁਰਾਣੇ ਦੀ ਜਾਇਦਾਦ ਹੱਦ ਹੈ ਉਹਨਾਂ ਪਿੰਡਾਂ ਦੇ ਵਿੱਚ ਤੁਸੀਂ ਕਿਤੇ ਨਹੀਂ ਟਿਕਣਾ ਹੈ। ਜੇ ਅਰ ਪਰਹ ਲਖਹੁ ਸੇ ਸਮਾਰੀ। ਜੇ ਅੜੇ ਤੁਸੀਂ ਨਾ ਜੈਤ ਪੁਰਾਣੇ ਨਾਲ ਤੇ ਜਾਣ ਲਓ ਮਹਾਰਾਜ ਕਿਉਂ ਤੁਹਾਡਾ ਕੁਝ ਨਹੀਂ ਵਟਿਆ ਜਾਣਾ, ਸਭ ਮਾਰੇ ਜਾਓਗੇ। ਇਤਿਆਦਿਕ ਭੇਜਿਓ ਕਹਿਤ ਬੈ। ਇਸ ਤਰ੍ਹਾਂ ਦੇ ਬਚਨ ਕਹਿ ਕੇ ਖਾਲਸਾ ਜੀ ਜੈਤ ਪੁਰਾਣੇ ਨੇ ਆਪਦਾ ਇੱਕ ਬੰਦਾ ਭੇਜਿਆ ਜਿਹਨੇ ਆ ਕੇ ਮਹਾਰਾਜਕਿਆਂ ਨੂੰ ਸਭ ਗੱਲ ਸੁਣਾਈ ਹੈ। ਆਇਓ ਨਰ ਬੈਠੇ ਜਹ ਸਭ। ਉਹ ਵਿਚਾਰਾ ਸੁਣ ਕੇ ਨਾ ਗੱਲ ਇਹਦੀ ਜੈਤ ਪੁਰਾਣੇ ਦੀ ਵੀ ਜਿਵੇਂ ਸੁਨੇਹਾ ਲਾਇਆ ਜੈਤ ਪੁਰਾਣੇ ਨੇ, ਉਹ ਸਾਰੀ ਗੱਲ ਆ ਕੇ ਉਹਨੇ ਇਹਨਾਂ ਮਹਾਰਾਜਕਿਆਂ ਨੂੰ ਦੱਸੀ ਹੈ। ਤਹੀ ਜੈਤ ਕੀ ਸਕਲ ਸੁਣਾਈ। ਜਦੋਂ ਸਾਰੀ ਗੱਲ ਦੱਸੀ ਨਾ ਜੈਤ ਪੁਰਾਣੇ ਦਾ ਸੁਨੇਹਾ ਲਿਆ ਕੇ
ਇੱਥੇ ਮਹਿਰਾਜਕਿਆਂ ਨੂੰ ਫੂਲਕਿਆਂ ਨੂੰ ਇਸ ਨੇ ਆ ਕੇ ਦਿੱਤਾ ਹੈ। ਕਿਉ ਤਮ ਉਤਰ ਪਰੇ ਇਸ ਤੇ ਥਾਈ। ਪੈ ਗਈ ਹੱਥਾਂ ਪੈਰਾਂ ਦੀ ਉਹਨਾਂ ਮਹਾਰਾਜਕਿਆਂ ਨੂੰ ਵੀ ਇਹ ਕੀ ਹੋ ਗਿਆ ਵੀ ਇੱਥੇ ਕਿੱਧਰ ਆ ਗਏ, ਤਾਂ ਜ਼ਮੀਨ ਜੈਤ ਪੁਰਾਣੇ ਦੀ ਹੈ। ਉਹ ਜਿਹੜਾ ਆਇਆ ਕਹਿਣ ਵਾਸਤੇ ਇਸ ਨੇ, ਉਹਨੇ ਵੀ ਆਖਿਆ ਵੀ ਤੁਹਾਡੀ ਮੱਤ ਮਾਰੀ ਗਈ ਹੈ, ਤੁਹਾਨੂੰ ਪਤਾ ਨਹੀਂ ਇਹ ਜਾਇਦਾਦ ਕਿਹਦੀ ਜ਼ਮੀਨ ਜਿਹਦੇ 'ਚ ਤੁਸੀਂ ਉਤਾਰਾ ਕਰ ਲਿਆ। ਉਹ ਭਲੇ ਹੋਏ ਤਾਂ ਜੈਤ ਪੁਰਾਣੇ ਦੀ ਜ਼ਮੀਨ ਹੈ, ਤੇ ਇਹ ਤੁਸਾਂ ਨੇ ਕੀ ਕਰ ਲੈਣਾ ਕੀਤਾ ਹੈ। ਨਹਿ ਬੂਝਿਓ ਨਹਿ ਆਇਸ ਵੀ ਲਈ। ਨਾ ਤੁਸੀਂ ਪੁੱਛਿਆ, ਨਾ ਦੱਸਿਆ, ਨਾ ਕੋਈ ਸੁਨੇਹਾ ਭਜਾਇਆ, ਨਾ ਤੁਸਾਂ ਕੋਈ ਉਹ ਜੈਤ ਪੁਰਾਣੇ ਨੂੰ ਕੋਈ ਆਗਿਆ ਲੈਣਾ ਕੀਤੀ ਹੈ। ਇਹ ਢੀਠਤਾ ਕਿਉ ਕਰ ਵੀ ਪਈ। ਤੁਸੀਂ ਢੀਠ ਏਡੇ ਹੋ ਕੇ ਵੀ ਬਿਨਾਂ ਪੁੱਛੇ ਦੱਸੇ ਤੋਂ ਆ ਕੇ ਜ਼ਮੀਨ ਵਿੱਚ ਡੇਰਾ ਪਾ ਲਿਆ ਹੈ। ਲਖ ਹੋ ਕੇ ਨਹੀਂ ਜੈਤ ਕੋ ਜੋਰ। ਤੁਸੀਂ ਮਹਾਰਾਜ ਕਿਉਂ ਜਾਣਦੇ ਨਹੀਂ ਇਹ ਮਾਲਵੇ ਦੇ ਵਿੱਚ ਜੈਤ ਪੁਰਾਣੇ ਦਾ ਕਿੱਡਾ ਜ਼ੋਰ ਹੈ, ਕਿੰਨਾ ਉਹਦਾ ਪ੍ਰਤਾਪ ਵਰਤਦਾ ਹੈ। ਜਿਸ ਕੇ ਸਮਨ ਹੈ ਜਗ ਮੈਂ ਔਰ। ਸਾਰੇ ਸੰਸਾਰ ਵਿੱਚ ਜੈਤ ਪੁਰਾਣੇ ਵਰਗਾ ਬਦਮਾਸ਼ ਸੂਰਮਾ ਕੋਈ ਵੱਡਾ ਜਰਨੈਲ ਕੋਈ ਹੋਰ ਨਹੀਂ ਹੈ। ਵੀਰ ਸੈਂਕੜੇ ਹੇਰਤ ਭਾਜੇ। ਵੱਡੇ ਵੱਡੇ ਸੈਂਕੜੇ ਸੂਰਮੇ ਜੈਤ ਪੁਰਾਣੇ ਨੂੰ ਵੇਖਦਿਆਂ ਭੱਜ ਜਾਂਦੇ ਆ, ਲੜਨ ਦੀ ਜੁਰਤ ਨਹੀਂ ਕਰਦੇ ਹਨ। ਲੜ ਨਹਿ ਸਕਹਿ ਤਜੈ ਕੁਲ ਲਾਜੀ। ਆਪਦੇ ਕੁਲ ਦੀ ਲਾਜ ਵੀ ਛੱਡ ਦਿੰਦੇ ਆ ਵੀ ਸਾਨੂੰ ਭਜਨਿਆਂ ਸਾਡੀ ਕੁਲ ਨੂੰ ਦਾਗ ਲੱਗੇਗਾ। ਵੱਡੇ ਵੱਡੇ ਕਹਿੰਦੇ ਕਹਾਉਂਦੇ ਸੂਰਮੇ ਜੈਤ ਪੁਰਾਣੇ ਦਾ ਨਾਮ ਸੁਣ ਕੇ ਭੱਜ ਜਾਂਦੇ, ਤੇ ਤੁਸੀਂ ਉਸ ਜੈਤ ਪੁਰਾਣੇ ਦੀ ਜ਼ਮੀਨ ਵਿੱਚ ਕਬਜ਼ਾ ਕਰਨ ਦੀ ਸੋਚਦੇ ਹੋ। ਕਾਲੇ ਕਹਿਓ ਵਿਸਾਲ ਮਹੀ ਹੈ। ਜਿਹੜਾ ਮਹਾਰਾਜਕਿਆਂ ਦਾ ਬਜ਼ੁਰਗ ਸੀਗਾ ਤੇ ਉਹ ਭਾਈ ਕਾਲਾ ਜੀ, ਉਹਨੇ ਫਿਰ ਸਾਧ ਸੰਗਤ ਜੀ ਹੱਥ ਜੋੜੇ। ਉਹ ਜਿਹੜਾ ਸੁਨੇਹਾ ਲੈ ਕੇ ਆਇਆ ਨਾ, ਉਹਨੂੰ ਕਹਿੰਦਾ ਵੀ ਮਹਾਰਾਜ ਗੱਲ ਇੱਦਾਂ ਵੀ ਹੁਣ ਜੈਤ ਪੁਰਾਣੇ ਕੋਲ ਕਿਹੜਾ ਜ਼ਮੀਨ ਥੋੜ੍ਹੀ ਹੈ, ਕਿੰਨੇ ਹਜ਼ਾਰਾਂ ਏਕੜ ਮਰਬਿਆਂ ਦੀ ਜ਼ਮੀਨ ਦਾ ਇਹ ਮਾਲਕ ਹੈ। ਸੁਨਿਓ ਜੈਤ ਬਲਵਾਨ ਸਹੀ ਤੇ ਹੈ। ਅਸੀਂ ਇਹ ਵੀ ਸੁਣਿਆ ਵੀ ਜਿਹੜਾ ਜੈਤ ਪੁਰਾਣਾ ਬੜਾ ਬਲ ਵਾਲਾ ਹੈ, ਬੜਾ ਸੂਰਮਾ, ਬੜਾ ਜਰਨੈਲ ਹੈ, ਬੜੀ ਤਾਕਤ ਰੱਖਦਾ ਹੈ। ਇਮ ਵਿਰੋਧ ਨਹਿ ਸਕਹਿ ਕਮਾਈ। ਤੇ ਅਸੀਂ ਵਿਰੋਧ ਤਾਂ ਭਾਈ ਕਰ ਨਹੀਂ ਸਕਦੇ ਵੀ ਅਸੀਂ ਮਾੜੇ ਹਾਂ ਭਾਈ, ਸਾਡੀ ਤਾਂ ਰੋਟੀ ਮਸਾਂ ਪੱਕਦੀ, ਲੜਨਾ ਝਗੜਨਾ ਅਸੀਂ ਕੀ ਹੈ ਵੀ ਅਸੀਂ ਜੈਤ ਪੁਰਾਣੇ ਦਾ ਵਿਰੋਧ ਜਾਂ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ। ਹਾਂ, ਇਹ ਸਮਸਰਤਾ ਪਾਈ ਨ ਜਾਏ। ਤੇ ਨਾ ਹੀ ਜੈਤ ਪੁਰਾਣੇ ਜਿੰਨੀ ਬਰਾਬਰੀ ਸਾਡੇ ਤੋਂ ਪ੍ਰਾਪਤ ਹੋ ਸਕਦੀ ਵੀ ਜਿੰਨੇ ਵੀ ਉਹਦੇ ਕੋਲ ਫੌਜ ਆ, ਕੋਈ ਹਥਿਆਰ ਆਦਿਕ ਰੱਖਦਾ ਹੈ, ਉਹ ਜਿਹੜਾ ਕੁਝ ਜੈਤ ਪੁਰਾਣੇ ਕੋਲ ਤਾਕਤ ਹੈ, ਕੋਈ ਸੂਰਮਾ ਜਿਵੇਂ ਦਾ, ਉਹ ਭਾਈ ਸਾਡੇ ਕੋਲ ਇਹੋ ਜਿਹੀ ਤਾਕਤ ਨਾ ਹੈ, ਨਾ ਹੀ ਅਸੀਂ ਭਾਈ ਉਹਦੀ ਬਰਾਬਰੀ ਕਰ ਸਕਦੇ। ਅਸੀਂ ਤਾਂ ਮਾੜੇ ਲੋਕ ਹਾਂ, ਅਸੀਂ ਉਹਨਾਂ ਦੀ ਰੀਸ ਕੀ ਕਰ ਸਕਦੇ ਹਾਂ। ਸ੍ਰੀ ਹਰਿ ਰਾਏ ਗੁਰੂ ਸਭ ਜਗ ਕੇ। ਸਾਨੂੰ ਤਾਂ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਨੇ ਇੱਧਰ ਨੂੰ ਤੋਰਤਾ। ਜਿਹੜੇ ਧੰਨ ਗੁਰੂ ਹਰਿ ਰਾਏ ਸਾਹਿਬ ਸਾਰੇ ਸੰਸਾਰ ਦੇ ਮਾਲਕ ਹਨ ਜੀ। ਤਿਨ ਕੇ ਰਹਿ ਆਸਰੇ ਲੱਗ ਕੇ। ਤੇ ਅਸੀਂ ਉਹਨਾਂ ਦੇ ਸਿੱਖ ਹਾਂ ਭਾਈ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ ਅਸੀਂ ਤੱਕਿਆ ਹੋਇਆ, ਤੇ ਸਾਰਾ ਅਸੀਂ ਦੁੱਖ ਸੁੱਖ ਮਹਾਰਾਜ ਨੂੰ ਦੱਸਿਆ, ਉਹਨਾਂ ਤੇ ਅਸੀਂ ਸਾਰੀ ਗੱਲ ਛੱਡੀ ਸੀ। ਕਰਿਓ ਹੁਕਮ ਹਮਕੋ ਇਸ ਥਾਨ। ਤੇ ਮਹਾਰਾਜ ਸਾਡਾ ਤਾਂ ਕੋਈ ਦੋਸ਼ ਨਹੀਂ, ਸਾਨੂੰ ਤਾਂ ਗੁਰੂ ਹਰਿ ਰਾਏ ਸਾਹਿਬ ਨੇ ਇਹ ਕਿਹਾ ਵੀ ਤੁਸੀਂ ਤੁਰੇ ਜਾਣਾ, ਜਿੱਥੇ ਰਾਤ ਪੈ ਜਾਏ ਤੇ ਉਹੀ ਜ਼ਮੀਨ ਤੁਹਾਡੀ ਤੇ ਪਿੰਡ ਵਸਾ ਲਓ ਜਾ ਕੇ। ਸਾਨੂੰ ਤਾਂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਨੇ ਹੁਕਮ ਕੀਤਾ ਹੈ ਜੀ। ਰਚਨ ਸਦਨ ਹਿਤ ਬੈਠੋ ਆਨ। ਟਕਾ ਕੇ ਪੜ। ਰਚਨ ਸਦਨ ਹਿਤ ਬੈਠੋ ਆਨ। ਵੀ ਸਾਨੂੰ ਇਹ ਆਖਿਆ ਵੀ ਤੁਸੀਂ ਨਾ ਵੀ ਬਣਾਓ ਬੈਠੇ ਆਣ ਪਾਠ, ਵੀ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਨੇ ਆਖਿਆ ਵੀ ਤੁਸੀਂ ਆਪਦਾ ਘਰ ਬਣਾ ਲਓ, ਉੱਥੇ ਜਿੱਥੇ ਰਾਤ ਪੈ ਜਾਏਗੀ ਉੱਥੇ ਘਰ ਬਣਾਓ, ਪਿੰਡ ਬੰਨ ਕੇ ਬੈਠ ਜਾਓ। ਅਸੀਂ ਤਾਂ ਮਹਾਰਾਜ ਤਾਂ ਇੱਥੇ ਆ ਕੇ ਬੈਠ ਗਏ ਹਾਂ। ਜਾਚੀ ਦੇਹੋ ਅਧਿਕ ਛਿਤ ਅਹੇ। ਤੇ ਫਿਰ ਵੀ ਅਸੀਂ ਮੰਗ ਲੈਨੇ ਆ, ਜੇ ਨਹੀਂ ਤੇ ਹੁਣ ਅਸੀਂ ਬੇਨਤੀ ਕਰ ਦਿੰਦੇ ਆ ਵੀ ਜੇ ਸਾਡੇ ਮੰਗਿਆਂ ਹੀ ਸਾਨੂੰ ਜ਼ਮੀਨ ਮਿਲਦੀ ਹੈ ਤੇ ਲਓ ਅਸੀਂ ਜੈਤ ਪੁਰਾਣੇ ਨੂੰ ਬੇਨਤੀ ਕਰਦੇ ਨੇ ਵੀ ਸਾਨੂੰ ਜ਼ਮੀਨ ਦੇ ਦੇਵੇ। ਉਹਦੇ ਕੋਲ ਕਿਹੜਾ ਜ਼ਮੀਨ ਦੀ ਕੋਈ ਘਾਟ ਹੈ। ਸਮਾਂ ਬਿਤਾਵਹਿ ਹਮ ਇਤ ਤੇ ਰਹੇ। ਚਲੋ ਅਸੀਂ ਇੱਥੇ ਰਹਿ ਕੇ ਕੋਈ ਦਿਨ ਕੱਟ ਲਵਾਂਗੇ, ਅਸੀਂ ਵੀ ਟੱਬਰ ਪਾਲ ਲਵਾਂਗੇ ਜੀ। ਇਕ ਤੋ ਗੁਰੂ ਹੁਕਮ ਕੋ ਮਾਨੋ। ਤੇ ਦੂਜੀ ਗੱਲ ਵੀ ਸਾਡਾ ਕੋਈ ਇਹਦੇ ਚ ਨਹੀਂ ਦੋਸ਼, ਵੀ ਅਸੀਂ ਤਾਂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਪਾਤਸ਼ਾਹ ਦੇ ਹੁਕਮ ਮੰਨ ਕੇ ਹੀ ਇੱਥੇ ਆਏ ਆ। ਤੇ ਤੂੰ ਜੈਤ ਪੁਰਾਣੇ ਨੂੰ ਕਹਿ ਜਾ ਕੇ ਵੀ ਉਹ ਮਹਾਰਾਜ ਕੇ ਬੇਨਤੀ ਕਰ ਦਿੰਦੇ, ਚਲ ਜੇ ਸਾਨੂੰ ਤੂੰ ਜ਼ਮੀਨ ਦੇ ਦੇ ਤੇ ਫਿਰ ਸਾਡਾ ਕੀ ਜਾਂਦਾ, ਅਸੀਂ ਹੈ ਜਦੋਂ ਨਿਮਾਣੇ ਤੇ ਬੇਨਤੀ ਕਰ ਲੈਨੇ, ਮੰਗ ਲੈਨੇ ਜੇ ਦਿੰਦਾ ਤਾਂ। ਤੇ ਦੂਜੀ ਗੱਲ ਇਹ ਹੈ ਵੀ ਇਹ ਤਾਂ ਗੁਰੂ ਹਰਿ ਰਾਏ ਸਾਹਿਬ ਦਾ ਹੁਕਮ ਹੈ, ਤੇ ਅਸੀਂ ਤਾਂ ਸਮਝਦੇ ਹਾਂ ਵੀ ਜੈਤ ਪੁਰਾਣੇ ਨੂੰ ਵੀ ਮਹਾਰਾਜ ਦਾ ਬਚਨ ਮੰਨਣਾ ਚਾਹੀਦਾ ਹੈ। ਦੂਜੇ ਹਮ ਪਰ ਕਰਹੁ ਅਸਾਨੋ। ਤੇ ਦੂਜੀ ਗੱਲ ਵੀ ਸਾਡਾ ਆਸਾਨ, ਸਾਡੇ ਤੇ ਆਸਾਨ ਹੋਏਗਾ ਤੁਹਾਡਾ ਜੈਤ ਪੁਰਾਣੇ ਦਾ, ਜੇ ਜੈਤ ਪੁਰਾਣਾ ਸਾਨੂੰ ਜ਼ਮੀਨ ਦੇ ਦਿੰਦਾ ਇੱਥੇ, ਅਸੀਂ ਸਾਰੀ ਉਮਰ ਜੈਤ ਪੁਰਾਣੇ ਦਾ ਆਸਾਨ ਨਹੀਂ ਭੁੱਲਾਂਗੇ ਜਿੰਨੇ ਫੂਲ ਕੇ ਹਾਂ। ਅਪਰ ਬਸਹ ਜਿਮ ਹੋਏ ਅਨੁਸਾਰੀ। ਤੇ ਅਸੀਂ ਸਾਰੀ ਉਮਰ ਅਨਸਾਰੀ, ਜਿਵੇਂ ਸਾਰਾ ਮਾਲਵਾ ਜੈਤ ਪੁਰਾਣੇ ਦਾ ਅਨਸਾਰੀ ਹੈ ਨਾ, ਆਕੀ ਨਹੀਂ ਉਹਦੇ ਅਧੀਨ ਚੱਲਦਾ ਹੈ,
ਤੇ ਅਸੀਂ ਲਿਖ ਕੇ ਵੀ ਦੇ ਦਿਆਂਗੇ ਵੀ ਅਸੀਂ ਕਦੇ ਜੈਤ ਪੁਰਾਣੇ ਦਾ ਵਿਰੋਧ ਨਹੀਂ ਕਰਾਂਗੇ, ਅਸੀਂ ਉਹਦੇ ਅਨੁਸਾਰੀ ਹੋ ਕੇ ਅਧੀਨ ਹੋ ਕੇ ਚੱਲਾਂਗੇ, ਵੀ ਜਿਵੇਂ ਜੈਤ ਪੁਰਾਣਾ ਕਹੇਗਾ ਅਸੀਂ ਉਸੇ ਤਰ੍ਹਾਂ ਕਰਿਆ ਕਰਾਂਗੇ। ਤਿਮ ਹਮ ਰਹਿ ਸਦਾ ਹਿਤ ਧਾਰੀ। ਅਸੀਂ ਪ੍ਰੇਮ ਧਾਰ ਕੇ ਤੁਹਾਨੂੰ ਤੰਗ ਨਹੀਂ ਕਰਾਂਗੇ, ਸਦਾ ਪ੍ਰੇਮ ਦੇ ਨਾਲ ਤੁਹਾਡੇ ਦਾਸ ਬਣ ਕੇ ਅਸੀਂ ਰਹਿ ਲੈਣਾ ਕਰਾਂਗੇ। ਜੈਤ ਪੁਰਾਣਾ ਸਾਨੂੰ ਆਗਿਆ ਦੇ ਦੇਵੇ ਤਾਂ। ਸੁਣ ਤੋ ਦੂਤ ਟਿਕ ਜੈਤ ਗਇਓ ਹੈ। ਜਦੋਂ ਫਿਰ ਉਹ ਸੁਣਿਆ, ਜਿਹੜਾ ਸੁਨਾਹ ਲੈ ਕੇ ਆਇਆ, ਉਹ ਸੁਨਾਈਏ ਨੇ ਜਾ ਕੇ ਤੇ ਜੈਤ ਪੁਰਾਣੇ ਨੂੰ ਸਾਰੀ ਗੱਲ ਇਹਨਾਂ ਮਹਾਰਾਜਕਿਆਂ ਦੀ ਦੱਸੀ ਹੈ। ਇਨ ਕੋ ਕਹਿਓ ਸੁਨਾਈ ਦਇਓ ਹੈ। ਜੋ ਇਹਨਾਂ ਕਿਹਾ ਨਾ ਭਾਈ ਕਾਲਾ ਜੀ ਨੇ ਉਹਨਾਂ ਤੇ ਕਰਮਚੰਦ ਵਰਗਿਆਂ, ਉਹ ਸਾਰੀ ਗੱਲ ਜਾ ਕੇ ਜੈਤ ਪੁਰਾਣੇ ਨੂੰ ਦੱਸੀ ਹੈ। ਸ੍ਰੀ ਹਰਿ ਰਾਏ ਬਿਲੰਦ ਬਲੀ ਹੈ। ਆਖਿਆ ਵੀ ਹੇ ਜੈਤ ਪੁਰਾਣੇ ਮਹਾਰਾਜ, ਵੀ ਉਹਨਾਂ ਦਾ ਨਹੀਂ ਕਸੂਰ, ਮਹਾਰਾਜ ਕਹਿੰਦਾ ਕੱਲੇ ਆਏ ਹੈ। ਕਹਿੰਦਾ ਵੀ ਕਿੰਨੇ ਕੱਲੇ, ਐਸਾ ਕੌਣ ਹੈ? ਕਹਿੰਦੇ ਵੀ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਬਲੀ ਸੂਰਬੀਰ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹੈ, ਤੇ ਉਹ ਕੀਰਤਪੁਰ ਸਾਹਿਬ ਤੋਂ ਮਾਲਵੇ ਆਏ ਹੋਏ ਇਸ ਇਲਾਕੇ 'ਚ, ਉਹਨਾਂ ਨੇ ਇਹ ਸਾਰਾ ਕੁਝ ਕੀਤਾ ਕਰਾਇਆ ਹੈ। ਪੀਰੀ ਮੇਰੀ ਧਰੈ ਭਲੀ ਹੈ। ਤੇ ਸਭ ਸੰਸਾਰ ਜਾਣਦਾ ਵੀ ਪੀਰਾਂ ਚੋਂ ਪੀਰ ਵੱਡੇ ਤੇ ਮੀਰਾਂ ਚੋਂ ਮੀਰ, ਵੀ ਪੀਰਾਂ ਦੇ ਪੀਰ ਹੈ ਤੇ ਬਾਦਸ਼ਾਹ ਦੇ ਬਾਦਸ਼ਾਹ, ਰਾਜਸੀ ਠਾਠ ਬਾਠ ਦੇ ਮਾਲਕ ਬੜੇ ਸੂਰਮੇ ਹਨ। ਭਏ ਸਹਾਇਕ ਥਾਨ ਬਤਾਇਓ। ਤੇ ਗੁਰੂ ਹਰਿਰਾਏ ਸਾਹਿਬ ਨੇ ਇਹਨਾਂ ਦੀ ਸਹਾਇਤਾ ਕੀਤੀ ਤੇ ਉਹਨਾਂ ਨੇ ਥਾਂ ਦੱਸਿਆ, ਨਿਸ਼ਾਨ ਦੇ ਸਭ ਕੁਝ, ਵੀ ਇੱਧਰ ਤੁਰੇ ਜਾਓ, ਜਿੱਥੇ ਰਾਤ ਪੈ ਗਈ ਰਹਿ ਲੈਣਾ। ਉਹ ਸਾਰਾ ਕੁਝ ਗੁਰੂ ਹਰਿਰਾਏ ਸਾਹਿਬ ਨੇ ਦੱਸਿਆ, ਉਹਨਾਂ ਦਾ ਬਚਨ ਮੰਨ ਕੇ ਸਾਰਾ ਕੁਝ ਕਰ ਰਹੇ ਹਨ। ਸੋ ਚਾਹਤ ਹੈ ਇਨਹੁ ਬਸਾਇਓ। ਕਿਉਂਕਿ ਗੁਰੂ ਹਰਿਰਾਏ ਸਾਹਿਬ ਦੇ ਆ ਸਿੱਖ ਮਹਾਰਾਜ ਕੇ ਨਵੇਂ ਬਣੇ, ਤੇ ਉਹਨਾਂ ਕੋਲ ਬੇਨਤੀ ਕੀਤੀ ਹੈ, ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਇਹਨਾਂ ਨੂੰ ਵਸਾਇਆ ਚਾਹੁੰਦੇ, ਇਹਨਾਂ ਦਾ ਨਵਾਂ ਨਗਰ ਪਿੰਡ ਬਣ ਕੇ ਦੇਣਾ ਚਾਹੁੰਦੇ ਹਨ। ਕਹਿ ਜੈਤ ਗੁਰ ਛੀਨ ਸਕਾਹੂ। ਤੇ ਏਦਾਂ ਸਾਧ ਸੰਗਤ ਜੀ ਸੁਣਿਆ ਜੈਤ ਨੇ, ਤੇ ਜੈਤ ਪੁਰਾਣਾ ਜਿਹੜਾ ਹੈ ਉਹ ਬੋਲਿਆ ਵੀ ਗੁਰੂ ਹਰਿਰਾਏ ਸਾਹਿਬ ਜੀ ਗੁਰੂ ਕਹਾਉਂਦੇ ਤੇ ਕਿਸੇ ਦੀ ਜ਼ਮੀਨ ਖੋਹ ਕਰਕੇ, ਚਾਹ ਬਸਾਇਓ ਹਮ ਛਿਤ ਵੀ ਮਾਹੂ। ਸਾਡੀ ਜ਼ਮੀਨ ਵਿੱਚ ਜ਼ਮੀਨ ਖੋਹ ਕੇ ਤੇ ਇੱਥੇ ਨਵਾਂ ਪਿੰਡ ਬੰਨਿਆ ਚਾਹੁੰਦੇ ਹਨ। ਸੋ ਮੈਂ ਦੇਤ ਨਹੀਂ ਕਿਸ ਰੀਤ। ਗੁਰੂ ਹਰਿਰਾਏ ਸਾਹਿਬ ਨੂੰ ਕਹਿ ਦਿਓ ਵੀ ਮੈਂ ਕਿਸੇ ਹਾਲਤ ਵਿੱਚ ਵੀ, ਕਿਸੇ ਕੀਮਤ ਤੇ ਵੀ ਇਹ ਜ਼ਮੀਨ ਨਹੀਂ ਦਿਆਂਗਾ ਪਿੰਡ ਬੰਨਣ ਵਾਸਤੇ। ਨਹੀਂ ਸਹਾਰੋ ਅਸ ਵਿਪਰੀਤ। ਤੇ ਜੇ ਮੇਰੇ ਕੋ ਵਿਰੋਧ ਵਿੱਚ ਐ ਚੱਲੇਗਾ ਜਿਵੇਂ ਹੁਣ ਕਰ ਰਿਹਾ ਗੁਰੂ ਹਰਿਰਾਏ ਸਾਹਿਬ ਜੀ, ਤੇ ਮੈਂ ਗੱਲ ਵੀ ਬਰਦਾਸ਼ਤ ਨਹੀਂ ਕਰਾਂਗਾ, ਸਹਾਰਾਂਗਾ ਨਹੀਂ। ਅਬ ਕੇ ਜਾਹੋ ਦੇਹੋ ਸਮਝਾਏ। ਤੇ ਐਂ ਕਰੋ ਵੀ ਇੱਕ ਵਾਰੀ ਹੋਰ ਜਾ ਤੂੰ, ਤੇ ਜਾ ਕੇ ਇੱਕ ਵਾਰੀ ਮਹਾਰਾਜਕਿਆਂ ਨੂੰ ਬੰਦਿਆਂ ਤਰ੍ਹਾਂ ਸਾਰੀ ਗੱਲ ਸਮਝਾ ਦੇਣਾ ਕਰ। ਭਲਾ ਚਾਹੋ ਨਿਜ ਤੋਂ ਚੜ੍ਹ ਜਾਏ। ਉਹਨਾਂ ਨੂੰ ਕਹੋ ਵੀ ਜੇ ਆਪਦਾ ਭਲਾ ਚਾਹੁੰਦੇ ਜੇ ਤੇ ਬੰਦੇ ਦੇ ਪੁੱਤਰ ਬਣ ਕੇ ਸਾਰਾ ਥਾਂ ਛੱਡ ਕੇ ਤੇ ਕਿਤੇ ਹੋਰ ਪਾਸੇ ਨਿਕਲ ਜਾਓ। ਆਨ ਥਾਨ ਖੋਜੋ ਹਿਤ ਬਾਸ। ਆਪਦੇ ਭਲੇ ਵਾਸਤੇ ਕੋਈ ਹੋਰ ਇੱਧਰ ਖੱਬੇ ਸੱਜੇ ਥਾਂ ਲੱਭ ਲੈਣਾ ਕਰੋ ਜੀ। ਰਚੀਹ ਜਹਾਨ ਚਿੰਤ ਆਵਾਸ। ਵੀ ਜਿੱਥੇ ਤੁਹਾਨੂੰ ਕੋਈ ਚਿੰਤਾ ਨਾ ਹੋਵੇ ਵੀ ਇੱਥੇ ਪਿੰਡ ਬੰਨ ਵੀ ਲਿਆ ਤੇ ਮੈਂ ਖੜਾ ਥੋੜਾ ਛੱਡਣਾ ਤੁਹਾਡਾ, ਰੋਜ਼ ਹੀ ਇੱਥੇ ਜਿਹੜਾ ਨਾ ਉਹ ਕਤਲ ਹੋਣਗੇ ਤੇ ਬੜਾ ਕਜੀਆ ਕਲੇਸ਼ ਬਣਿਆ ਰਹਿਣਾ। ਇਹਨਾਂ ਨੂੰ ਕਹੋ ਵੀ ਤੁਸੀਂ ਸਾਡੇ ਸਾਹਮਣੇ ਅੜ ਨਹੀਂ ਸਕਦੇ, ਤੇ ਆਪਦਾ ਡੰਡਾ ਡੋਰੀ ਚੁੱਕੋ ਤੇ ਕਿਤੇ ਹੋਰ ਪਾਸੇ ਥਾਂ ਲੱਭ ਕੇ ਘਰ ਪਾ ਲੈਣਾ ਕਰੋ। ਆਏ ਦੂਤ ਪੁਨ ਸਕਲ ਸੁਨਾਈ। ਜੈਤ ਪੁਰਾਣੇ ਦਾ ਕੱਲਿਆ ਦੂਤ ਬੰਦਾ ਆਇਆ, ਮਹਾਰਾਜਕਿਆਂ ਨੂੰ ਇਹਨੇ ਸਾਰੀ ਗੱਲ ਸੁਣਾਈ ਹੈ। ਕਾਲੇ ਆਦਿਕ ਚਿੰਤ ਉਪਾਈ। ਜਦੋਂ ਉਹਨੇ ਆ ਕੇ 2-4 ਦਬਕੇ ਮਾਰੇ, ਵੀ ਉਹ ਤਾਂ ਬਈ ਐਂ ਕਹਿੰਦਾ ਵੀ ਜਾਂ ਤਾਂ 1-2 ਦਿਨਾਂ 'ਚ ਚੁੱਕ ਕੇ ਗਾਂਹ ਤੁਰ ਪਾਓ ਤੇ ਨਹੀਂ ਤਾਂ ਬੁਰੀ ਕਰਾਂਗਾ। ਤਾਂ ਜਿਹੜੇ ਭਾਈ ਕਾਲਾ ਜੀ ਵਰਗੇ ਸਨ, ਮਹਾਰਾਜ ਦੇ ਸ਼੍ਰੋਮਣੀ ਸਿੱਖ ਮਹਾਰਾਜਕਿਆਂ ਦੇ ਬਜ਼ੁਰਗ ਸੀ, ਵੱਡੇ ਚੰਗੇ ਜ਼ਿੰਮੇਵਾਰ ਮੋਹਤਵਰ ਸਨ ਸਾਰੇ ਕਬੀਲੇ ਦੇ। ਇਹਨਾਂ ਵਰਗਿਆਂ ਸਾਰੇ ਬਜ਼ੁਰਗਾਂ ਦੇ, ਕਰਮਚੰਦ ਵਰਗਿਆਂ ਦੇ ਮਨ ਵਿੱਚ ਬੜਾ ਚਿੰਤਾ ਪੈਦਾ ਹੋ ਗਈ, ਫਿਕਰ ਪੈ ਗਿਆ ਹੈ। ਮਹਾਬਲੀ ਇਸ ਬਸਨ ਨ ਦਾ ਤੇ ਹੈ। ਉਹ ਜਾਣਦੇ ਆ ਵੀ ਹੁਣ ਜੇ ਜੈਤ ਪੁਰਾਣੇ ਦੀ ਮਰਜ਼ੀ ਨਹੀਂ ਤੇ ਉਹ ਐਡਾ ਬਲੀ ਹੈ, ਐਡਾ ਤਾਕਤਵਰ ਵੱਡਾ ਲਟੇਰਾ ਡਾਕੂ ਹੈ, ਉਹਨੇ ਨਹੀਂ ਸਾਨੂੰ ਇੱਥੇ ਵਸਣ ਦੇਣਾ ਹੈ। ਹਮਰੋ ਬੈਰ ਨਹੀਂ ਨਿਭਾ ਹੈ। ਤੇ ਅਸੀਂ ਆ ਬੰਦੇ ਮਾੜੇ, ਤੇ ਸਾਡੇ ਵਰਗੇ ਗਰੀਬ ਬੰਦਿਆਂ ਜਿਨ੍ਹਾਂ ਘਰ ਰੋਟੀ ਨਹੀਂ ਪੱਕਦੀ, ਤੇ ਸਾਡੇ ਵਰਗੇ ਬੰਦਿਆਂ ਦਾ ਤਗੜੇ ਨਾਲ ਵੈਰ ਪਾਉਣਾ ਜਿਹੜਾ ਬੜਾ ਔਖਾ, ਸਾਥੋਂ ਵੈਰ ਨਹੀਂ ਪੁੱਗਣਾ ਹੈ। ਹੋਏ ਦੀਨ ਗੁਰ ਕੇ ਟਿਗ ਆਏ। ਜਦੋਂ ਇਹਨਾਂ ਮਾਰੇ ਦਬਕੇ ਤੇ ਉਹ ਕਾਲਾ ਜੀ ਵਰਗੇ ਤੇ ਕਰਮਚੰਦ ਵਰਗੇ ਹੋਰ 5-7 ਬਜ਼ੁਰਗ ਸਿਆਣੇ, ਉਹਨਾਂ ਨੇ ਪਰਿਵਾਰ ਤਾਂ ਜੇ ਉੱਥੇ ਹੀ ਬੈਠਾ ਸੀ ਜਿੱਥੇ ਇਹਨਾਂ ਨੇ ਨਵਾਂ ਥਾਂ ਜੇ ਵੇਖਿਆ, 5-7-10 ਜਣੇ ਤੁਰੇ ਤੇ ਗੁਰੂ ਹਰਿਰਾਏ ਸਾਹਿਬ ਕੋਲ ਆ ਗਏ ਹਨ। ਹਾਥ ਜੋੜ ਕਰ ਸੀਸ ਨਿਵਾਏ। ਤੇ ਨਹਾ ਕੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਚਰਨੀ ਮੱਥਾ ਟੇਕ ਕੇ ਸ਼ੀਸ਼ ਨਵਾਇਆ ਹੈ। ਬੈਠਤ ਆਪਣੀ ਅਰਜ ਗੁਜ਼ਾਰੀ। ਮਹਾਰਾਜ ਦੇ ਕੋਲ ਬਹਿ ਗਏ
ਸਤਿਗੁਰਾਂ ਦੇ ਚਰਨਾਂ ਵਿੱਚ ਬਹਿ ਕੇ ਨਾ ਕਾਲੇ ਕਿਆਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਹੈ। ਸੁਨਹੁ ਪ੍ਰਭੂ ਜਿਮ ਜੈਤ ਉਚਾਰੀ। ਉਹ ਕਹਿੰਦੇ ਮਹਾਰਾਜ ਵੀ ਕਿੱਧਰ ਫਸਾਦ ਆ, ਵੀ ਉਹ ਤਾਂ ਜੈਤ ਪੁਰਾਣੀ ਦੀ ਜ਼ਮੀਨ ਆ ਮਹਾਰਾਜ, ਜਿਹਨੂੰ ਉਸਦੇ ਦਾ ਨਾਂ ਸੁਣ ਕੇ ਸਾਡੇ ਨਿਆਣੇ ਡਰਦੇ ਆ, ਤੇ ਤੁਸੀਂ ਮਹਾਰਾਜ ਸਾਨੂੰ ਲਿਜਾ ਉਹਨਾਂ ਦੀ ਥਾਂ 'ਚ ਬਹਾ ਦਿੱਤਾ। ਸਤਿਗੁਰੂ ਜੀ ਜੈਤ ਪੁਰਾਣੇ ਨੇ ਸਾਨੂੰ ਇੱਥੇ ਆਇਆ ਜਾਣ ਕੇ ਤੇ ਅਜੇ ਸਜਰਾ ਨਵਾਂ ਸਣਿਆ ਭੇਜਿਆ ਹੈ ਜੀ। ਭਈ ਸੰਜ ਤਮ ਹੁਕਮ ਚਿਤਾਰਾ। ਵੀ ਮਹਾਰਾਜ ਵੀ ਅਸੀਂ ਤਾਂ ਮਹਾਰਾਜ ਜਿਵੇਂ ਤੁਸੀਂ ਆਖਿਆ ਤੇ ਉਹ ਸਾਰਾ ਮੰਨ ਕੇ ਉੱਥੇ ਚਲੇ ਗਏ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀਓ ਇਕ ਸਥਾਨ ਕੋ ਸਿਵਰ ਉਤਾਰਾ। ਤੁਸੀਂ ਆਖਿਆ ਵੀ ਜਿੱਥੇ ਰਾਤ ਪੈ ਗਈ ਉੱਥੇ ਡੇਰਾ ਪਾ ਲਿਆ ਜੇ ਮਹਾਰਾਜ, ਅਸੀਂ ਤੁਹਾਡਾ ਹੁਕਮ ਮੰਨਿਆ ਤੇ ਅਸੀਂ ਜਾ ਕੇ ਹੁਣ ਜਿੱਥੇ ਸਾਡਾ ਪਰਿਵਾਰ ਬੈਠਾ ਹੈ ਇੱਥੇ ਅਸਾਂ ਨੇ ਜਾ ਸਾਰੇ ਟੱਬਰ ਨੂੰ ਤਾਰਿਆ ਹੈ। ਜੈਤ ਪਿਰਾਨੇ ਕੀ ਛਿਤ ਸੋਏ। ਤੇ ਮਹਾਰਾਜ ਉਹ ਤਾਂ ਜ਼ਮੀਨ ਜੈਤ ਪੁਰਾਣੇ ਦੀ ਆ, ਤੁਹਾਨੂੰ ਦੱਸਿਆ ਬੜਾ ਤੜਿਆ ਬਦਮਾਸ਼ ਹੈ। ਸੁਨ ਨਰ ਭੇਜੀ ਉਰੇ ਸਮੈ ਹੋਏ। ਉਹਨੂੰ ਜਦੋਂ ਪਤਾ ਲੱਗਾ ਸਾਡੇ ਆਇਆਂ ਦਾ, ਉਹਨੇ ਬੜੇ ਗੁੱਸੇ ਵਿੱਚ ਮਹਾਰਾਜ 2 ਵਾਰੀ ਸਾਨੂੰ ਸੁਨੇਹਾ ਵੀ ਭੇਜ ਦਿੱਤਾ ਹੈ। ਲੈ ਹੋ ਲੂਟ ਨਤਰ ਉਠ ਜਈਐ। ਉਹ ਕਹਿੰਦਾ ਹੈ ਵੀ ਜਾਂ ਤਾਂ ਉੱਠ ਜਾਓ ਇੱਥੋਂ 1-2 ਦਿਨਾਂ ਦੇ ਵਿੱਚ, ਨਹੀਂ ਤਾਂ ਤੁਹਾਡਾ ਸਾਰਾ ਘਰ-ਬਾਰ ਅਸੀਂ ਲੁੱਟ ਲੈਣਾ ਹੈ। ਆਨ ਸਥਾਨ ਬਾਸ ਕੋ ਕਹੀਐ। ਤੇ ਕਿਤੇ ਹੋਰ ਕਹਿੰਦਾ ਵੀ ਜਾ ਕੇ ਆਪਦਾ ਪਿੰਡ ਵਸਾ ਲਓ, ਉੱਥੇ ਰਹੋ, ਅਸੀਂ ਇੱਥੇ ਨਹੀਂ ਤੁਹਾਨੂੰ ਰਹਿਣ ਦੇਣਾ ਹੈ। ਲਿਓ ਆਪ ਕੋ ਨਾਮ ਨਾ ਮਾਨਾ। ਤੇ ਮਹਾਰਾਜ ਅਸੀਂ ਤਾਂ ਤੁਹਾਡਾ ਨਾਮ ਹੀ ਲਿਆ ਵੀ ਸਾਨੂੰ ਗੁਰੂ ਹਰਿਰਾਏ ਸਾਹਿਬ ਨੇ ਭੇਜਿਆ। ਉਹ ਕਹਿੰਦਾ ਮੈਂ ਨਹੀਂ ਕਿਸੇ ਗੁਰੂ ਨੂੰ ਜਾਣਦਾ, ਇਹ ਥਾਂ ਵਿਹਲਾ ਕਰੋ ਤੇ ਤੁਸੀਂ ਗਾਂ ਤੁਰਦੇ ਬਣੋ। ਏਦਾਂ ਦੇ ਅੱਗੋਂ ਬਚਨ ਕਰਦਾ ਹੈ। ਲਰਬੇ ਹੇਤ ਦੁਆਸ ਕੋ ਠਾਨਾ। ਤੇ ਉਹ ਤਾਂ ਮਹਾਰਾਜ ਬੜਾ ਹੁਣ ਵੈਰ ਕਰਦਾ ਪਿਆ, ਉਹ ਤਾਂ ਲੜਨ ਵਾਸਤੇ ਪੂਰੀ ਤਿਆਰੀ ਵੀ ਜੇ ਅਸੀਂ ਰਹੇ ਉੱਥੇ, ਉਹਨੇ ਮਹਾਰਾਜ ਸਾਨੂੰ ਜਿਉਂਦੇ ਨਹੀਂ ਛੱਡਣਾ, ਸਾਡੇ ਬਾਲ ਬੱਚੇ ਪਰਿਵਾਰ ਮਾਰ ਕਤਨੇ ਹਨ। ਸੁਨ ਗੁਰ ਕਹਿਓ ਤਰਹੁ ਉਤਸਾਹੂ। ਸੁਣ ਕੇ ਗੁਰੂ ਹਰਿਰਾਏ ਸਾਹਿਬ ਹੱਸ ਪਏ। ਮਹਾਰਾਜ ਕਹਿੰਦੇ ਵੀ ਤੁਸੀਂ ਵੀ ਤਾਂ ਬੰਦੇ ਹੀ ਜੇ, ਵੀ ਤੁਸੀਂ ਉਹਨੇ ਹੀ ਤੁਸੀਂ ਜੇ ਜਿੰਨੇ ਕੁ ਜੈਤਪੁਰਾ ਐਡਾ ਪਿੰਡ ਤੁਰਿਆ ਫਿਰਦਾ ਲੋਥਾਂ ਜੇ, ਵੀ ਜਿਹੋ ਜਿਹੇ ਬੰਦੇ ਨਾਲੋਂ ਬੰਦਾ ਤਗੜਾ ਥੋੜਾ, ਜੇ ਜੈਤਪੁਰਾਣਾ ਐਡਾ ਬਲੀ ਹੈ ਤੇ ਮਹਾਰਾਜ ਕਹਿੰਦੇ ਤੁਸੀਂ ਕਿਹੜਾ ਘੱਟ ਜੇ, ਤੁਸੀਂ ਵੀ ਆਪਦੀ ਅਣਖ ਪਛਾਣੋ, ਆਪਦੀ ਮਰਦਾਨਗੀ ਨੂੰ ਨਿਗਾਹ ਮਾਰੋ, ਯਾਦ ਕਰਨਾ ਕਰੋ। ਹਤ ਹੋ ਜੈਤ ਕਰ ਬਲ ਰਨ ਮਾਹੂ। ਤੇ ਜੰਗ ਦਾ ਮੈਦਾਨ ਵਾਸਤੇ ਮਹਾਰਾਜ ਕਹਿੰਦੇ ਵੀ ਤੁਸੀਂ ਜਿਹੜਾ ਹੈ ਉਹ ਗੱਡ ਦਿਓ ਝੰਡਾ, ਵੀ ਤੁਸੀਂ ਆਖੋ ਵੀ ਆ ਤੇਰੇ ਨਾਲ ਨਿਬੜ ਲੈਨੇ, ਤੇ ਤੁਸੀਂ ਵੀ ਜੰਗ ਵਾਸਤੇ ਜੋ ਤੁਹਾਨੂੰ ਵੰਗਾਰਦਾ ਹੈ ਨਾ ਜੰਗ ਨੂੰ, ਵੀ ਜੰਗ ਕਰੋ ਜਾਂ ਇੱਥੋਂ ਉੱਠੋ। ਮਹਾਰਾਜ ਕਹਿੰਦੇ ਤੁਸੀਂ ਜੰਗ ਵਾਸਤੇ ਐਲਾਨ ਕਰ ਦਿਓ ਵੀ ਅਸੀਂ ਜੰਗ ਲੜਾਂਗੇ, ਲੈ ਆ ਜਾ ਜੇ ਛਡਾਉਣੀ ਜ਼ਮੀਨ ਤੇ ਇੱਥੇ ਆ ਜਾ। ਇੱਦਾਂ ਮਹਾਰਾਜ ਕਹਿੰਦੇ ਵੀ ਤੁਸੀਂ ਵੀ ਜੰਗ ਦੇ ਮੈਦਾਨ ਵਾਸਤੇ ਤਿਆਰ ਹੋ ਜਾਣਾ ਕਰੋ। ਔਰ ਤੇ ਕਾਤੁਰਤਾ ਅਬ ਤਿਆਗ ਹੋ। ਮਹਾਰਾਜ ਕਹਿੰਦੇ ਵੀ ਜੇ ਤਾਂ ਭਾਈ ਵਸਣਾ ਹੈ ਨਾ, ਤੇ ਫਿਰ ਆਪਦੇ ਢਿੱਡੋਂ ਆਪਦੇ ਹਿਰਦੇ ਵਿੱਚੋਂ ਜਿਹੜਾ ਇਹ ਡਰਪੋਕ ਪੁਣਾ ਉਹ ਛੱਡ ਦਿਓ ਤੇ ਮਰਦਾਂ ਵਾਂਗੂ ਗੱਜੋ ਜੇ ਤਾਂ ਰਹਿਣਾ। ਤੇ ਜੇ ਐਂ ਟੱਪਰੀ ਵਾਸਾਂ ਵਾਂਗੂ ਖੁੱਲੀ ਜੁੱਲੀ ਬੰਨ੍ਹ ਕੇ ਤੁਰੇ ਫਿਰਨਾ, ਤੇ ਮਹਾਰਾਜ ਕਹਿੰਦੇ ਫਿਰ ਤੁਰੇ ਫਿਰੋ। ਉਹ ਕਾਰਨ ਇਹ ਸੀ ਸਾਧ ਸਿੰਘ ਜੈਤ ਪੁਰਾਣੇ ਨੇ ਬੜੀ ਜ਼ਮੀਨ ਦੱਬੀ ਸੀ, ਉਹ ਤਰੀਕੇ ਨਾਲ ਇਹਨਾਂ ਤੋਂ ਖੋਈ ਸੀ ਪਹਿਲੇ ਸਮਿਆਂ 'ਚ, ਇਹਨਾਂ ਦੇ ਪੁਰਾਣੇ ਵੱਡੇ ਵਡੇਰਿਆਂ ਤੋਂ। ਤੇ ਉਹ ਸਾਰੀ ਜ਼ਮੀਨ ਦਾ ਇੱਦਾਂ ਹੀ ਲੁੱਟ ਖੋਹ ਕਰ ਕਰਕੇ ਬੜੀ ਇਹ ਜਾਇਦਾਦ ਬਣਾਈ ਬੈਠਾ ਸੀ, ਵੀ ਉਹ ਭੁੱਖੇ ਮਰ ਰਹੇ ਸੀ ਤੇ ਇਹ ਇੱਥੇ ਲਾਟੀਆ ਬਣਿਆ ਬੈਠਾ ਸੀ ਜੈਤ ਪੁਰਾਣਾ। ਤਾਂ ਮਹਾਰਾਜ ਨੇ ਇੱਧਰ ਭੇਜੇ ਸੀ। ਮਹਾਰਾਜ ਕਹਿੰਦੇ ਵੀ ਤੁਸੀਂ ਕਹੋ ਵੀ ਅਸੀਂ ਜੰਗ ਕਰਨਾ, ਤੁਸੀਂ ਵੀ ਆਪਦੀ ਅਣਖ ਤੇ ਗੈਰਤ ਨੂੰ ਪਛਾਣੋ, ਤੇ ਜੇ ਵਸਣਾ ਹੈ ਤੇ ਭਾਈ ਤੁਹਾਨੂੰ ਜਿਹੜਾ ਇਹ ਕਾਤਰਪੁਣਾ ਨਾ, ਜਿਹੜਾ ਕੈਰਪੁਣਾ ਹੈ, ਇਹ ਸਾਰਾ ਛੱਡਣਾ ਪੈਣਾ ਹੈ। ਘਟ ਪੁਰਸ਼ਾਰਥ ਕੋ ਹਿਤ ਲਾਗੋ। ਮਹਾਰਾਜ ਕਹਿੰਦੇ ਵੀ ਜੇ ਭਲਾ ਚਾਹੀਦਾ ਨਾ ਤੇ ਪੁਰਸ਼ਾਰਥ ਕਰੋ, ਉਦਮ ਕਰੋ, ਆਪਦਾ ਉਤਸ਼ਾਹ ਵਿਖਾਓ ਤੇ ਮਰਦਾਂ ਵਾਂਗੂ ਜੰਗ ਦਾ ਮੈਦਾਨ ਮੰਡ ਲੈਣਾ ਕਰੋ। ਆਪਨ ਗ੍ਰਾਮ ਕੋ ਲਿਹੋ ਬਸਾਈ। ਤੇ ਬਸ ਮਹਾਰਾਜ ਕਹਿੰਦੇ ਵੀ ਤੁਹਾਡੇ ਹੱਥਾਂ 'ਚ ਹੀ ਪਿੰਡ ਵਸਿਆ ਹੋਇਆ, ਤੇ ਤੁਸੀਂ ਜਿਵੇਂ ਉਦਮ ਕਰੋ, ਜੰਗ ਕਰੋ, ਤੇ ਇਸ ਥਾਂ ਤੇ ਜੈਤ ਪੁਰਾਣੇ ਨੂੰ ਹਰਾ ਕੇ ਤੇ ਆਪਦਾ ਪਿੰਡ ਬੰਨ ਲੈਣਾ ਕਰੋ ਜੀ। ਚੜ ਆਵਹਿ ਕੋ ਕਰਹੁ ਲੜਾਈ। ਜੇ ਚੱਲ ਕੇ ਆਉਂਦਾ ਜੈਤ ਪੁਰਾਣਾ ਥਾਂ ਛਡਾਉਣ ਵਾਸਤੇ, ਤੇ ਖਿੱਚ ਲਓ ਤੁਸੀਂ ਵੀ ਤਲਵਾਰਾਂ, ਤੇ ਇੱਥੇ ਜੰਗ ਦਾ ਮੈਦਾਨ ਮੰਡ ਲਓ, ਇੱਥੇ ਉਹਦੇ ਨਾਲ ਜੰਗ ਕਰਨਾ ਕਰੋ ਜੀ। ਕਾਲਾ ਕਰਮ ਚੰਦ ਤੇ ਆਦ। ਉਹਦੇ ਵਿਚਾਰੇ ਜਿਹੜੇ ਸੀਗੇ ਸਾਧ ਸੰਗਤ ਜੀ, ਭਾਈ ਕਾਲਾ ਜੀ, ਕਰਮਚੰਦ ਜੀ, ਇਹ ਜਿੰਨੇ ਬਜ਼ੁਰਗ ਮਹਾਰਾਜ ਨੂੰ ਦੱਸਣ ਵਾਸਤੇ ਆਏ ਹੋਏ ਸਨ। ਕਹਿਓ ਕਹਾਂ ਬਨ ਆਵਹਿ ਬਾਦ। ਉਹਨਾਂ ਹੱਥ ਜੋੜੇ ਕਹਿੰਦੇ ਮਹਾਰਾਜ ਵੀ ਜੈਤ ਪੁਰਾਣੇ ਵਰਗਿਆਂ ਜਰਨੈਲਾਂ ਦੇ ਨਾਲ, ਉਹ ਐਡੇ ਧਾਕੜ ਬਦਮਾਸ਼ਾਂ ਨਾਲ ਮਹਾਰਾਜ ਸਾਡੇ ਵਰਗੇ ਬੰਦਿਆਂ ਦਾ ਕਿੱਥੇ ਪੂਰਾ ਪੈਂਦਾ ਹੈ। ਜੈਤ ਮਹਾ ਪਰਾਕਰਮ ਕੇ ਸੰਗ। ਕਹਿੰਦੇ ਮਹਾਰਾਜ ਤੁਸੀਂ ਜਾਣਦੇ ਨਹੀਂ, ਜੈਤ ਪੁਰਾਣਾ ਬੜੇ ਭਾਰੀ ਬਲ ਰੱਖਣ ਵਾਲਾ ਸੂਰਮਾ, ਬੜਾ ਤਗੜਾ ਜਰਨੈਲ ਤਿੜਿਆ ਬਦਮਾਸ਼ ਹੈ। ਜਿਸ ਕੇ ਸਾਮਨਹਿ ਅਪਰ ਸਰਬੰਗ। ਵੀ ਮੁੱਕ ਦੀ ਗੱਲ ਵੀ ਸਾਡੀ ਕਿੰਨੀ ਉਮਰ ਹੋ ਚੱਲੀ ਹੈ, ਇਹਦੇ ਵਰਗਾ ਹਠੀ
ਇਹਦੇ ਵਰਗਾ ਮਹਾਰਾਜ ਜਿਹੜਾ ਦਲੇਰ ਬੰਦਾ ਅਸੀਂ ਅੱਜ ਤੱਕ ਜ਼ਿੰਦਗੀ 'ਚ ਨਹੀਂ ਵੇਖਿਆ ਹੈ। ਗਜ ਸੋ ਪਿਰਨ ਸਮਰੱਥ ਵਿਸਾਲਾ। ਵੀ ਜੈਤ ਪੁਰਾਣੇ 'ਚ ਇੰਨੀ ਸਮਰੱਥਾ ਮਹਾਰਾਜ ਵੀ ਹਾਥੀ ਨੂੰ ਵੀ ਢਾਹ ਸਕਦਾ, ਐਡਾ ਬਲੀ ਤੇ ਐਡਾ ਕੱਦ ਕਾਠ ਰੱਖਣ ਵਾਲਾ ਜਰਨੈਲ ਹੈ ਜੀ। ਗਲੋ ਕੀ ਹਰ ਹਤ ਹੈ ਕਰਾਲਾ। ਤੇ ਉਹਦਾ ਇੱਥੇ ਨਾਂ ਚੱਲਦਾ ਮਹਾਰਾਜ ਮਾਲਵੇ 'ਚ, ਤੇ ਐਡਾ ਜਰਨੈਲ ਆ ਵੀ ਇੱਥੇ ਇਲਾਕੇ ਦੇ ਵਿੱਚ ਬਿਨਾਂ ਹਥਿਆਰ ਤੋਂ ਖਾਲੀ ਹੱਥ ਕੱਲਾ ਸ਼ੇਰ ਮਾਰ ਦਿੰਦਾ। ਤੇ ਇਸ ਜੰਗਲ ਇਲਾਕੇ ਦੇ ਮਾਲਵੇ ਦੇ ਪਤਾ ਨਹੀਂ ਕਿੰਨੇ ਕੁ ਸ਼ੇਰ ਬਿਨਾਂ ਸ਼ਾਸਤਰ ਤੋਂ ਤੇ ਘੁੱਟ ਕੇ ਮਾਰ ਦਿੰਦਾ। ਤੇ ਬੜੇ ਮਹਾਰਾਜ ਨੇ ਮਾਰੇ ਹੋਏ ਆ ਬਿਨਾਂ ਸ਼ਾਸਤਰ ਤੋਂ, ਨਿਹੱਥਾ ਤਗੜੇ ਬੱਬਰ ਸ਼ੇਰ ਦਾ ਕੱਲਾ ਸ਼ਿਕਾਰ ਕਰ ਲੈਂਦਾ ਹੈ। ਸਭ ਸਤਰੂ ਜਿਸ ਤੇ ਪਹਿ ਮਨ। ਮਹਾਰਾਜ ਵੱਡੇ ਵੱਡੇ ਕਹਿੰਦੇ ਕਹਾਉਂਦੇ ਜਰਨੈਲ ਖੱਬੀ ਖਾਂ, ਇਹਦੇ ਜਿਹੜਾ ਜੈਤ ਪੁਰਾਣਾ ਨਾ, ਇਹਦਾ ਨਾਂ ਸੁਣ ਕੇ ਥਰ ਥਰ ਕੰਬਦੇ ਮਹਾਰਾਜ। ਮਾਲਵੇ ਦੇ ਇਸ ਇਲਾਕੇ ਵੱਲ ਜੈਤ ਪੁਰਾਣੇ ਦੀ ਜਾਇਦਾਦ ਵੱਲ ਜਿੱਥੋਂ ਤੱਕ ਉਹਦੀ ਹੱਦ ਹੈ ਕੋਈ ਮੂੰਹ ਨਹੀਂ ਕਰਦਾ ਪਾਤਸ਼ਾਹ। ਐਡਾ ਬੜੀ ਸੂਰਮਾ ਕੱਲਾ ਹਾਥੀ ਡੇਗ ਲਵੇ। ਤੇ ਮਹਾਰਾਜ ਪ੍ਰਤੱਖ ਜਿਹੜੇ ਪ੍ਰਮਾਣ ਮਿਲਦੇ ਆ, ਇਹ ਜਦੋਂ ਸ਼ਿਕਾਰ ਚੜ੍ਹਦਾ ਸ਼ਾਸਤਰ ਛੁੱਟ ਕੇ ਕੱਲਾ ਨਿਹੱਥਾ ਮਹਾਰਾਜ ਸ਼ੇਰ ਦਾ ਸ਼ਿਕਾਰ ਕਰ ਲੈਂਦਾ। ਜੇ ਸ਼ੇਰ ਸਾਹਮਣੇ ਆ ਜਾਂਦਾ ਹੈ ਤੇ ਮਹਾਰਾਜ ਬਿਨਾਂ ਸ਼ਾਸਤਰ ਤੋਂ ਸ਼ੇਰ ਮਾਰ ਕੇ ਤੇ ਢੇਰ ਕਰ ਦਿੰਦਾ ਹੈ। ਨਹ ਸਨਮੁਖ ਹੋਇਆ ਰਨ ਕੋ ਠਨ। ਤੇ ਕੋਈ ਵੀ ਜਰਨੈਲ ਮਹਾਰਾਜ ਅੱਜ ਤੱਕ ਜਿੱਥੇ ਜੈਤ ਪੁਰਾਣਾ ਪੈਰ ਪਾ ਲੈਂਦਾ, ਵੱਡੇ ਵੱਡੇ ਮਹਾਰਾਜ ਜੋੜੇ ਛੱਡ ਕੇ ਭੱਜ ਜਾਂਦੇ, ਕੋਈ ਵੀ ਇਹਦੇ ਨਾਲ ਜੰਗ ਕਰਨ ਨੂੰ ਤਿਆਰ ਨਹੀਂ ਹੁੰਦਾ ਹੈ। ਸਗਰੇ ਦੇਸ਼ ਵਿਦਿਤ ਬਲਵੰਤਾ। ਮਹਾਰਾਜ ਮਾਲਵੇ ਦੇਸ਼ ਦਾ ਚੰਗਾ ਤਗੜਾ ਜਰਨੈਲ ਹੈ ਪਾਤਸ਼ਾਹ, ਤੇ ਇਹਦੇ ਨਾਲ ਭਿੜਨ ਵਾਸਤੇ ਕੋਈ ਰਾਜੀ ਨਹੀਂ। ਐਡਾ ਭਾਰੀ ਜਰਨੈਲ ਹੈ, ਸਾਰੇ ਮਾਲਵੇ ਦੇਸ਼ ਵਿੱਚ ਇਹਦੀ ਹਕੂਮਤ ਚੱਲਦੀ, ਧੌਂਸ ਪਈ ਹੋਈ ਹੈ। ਬਰਛੀ ਤੀਛਨ ਹਾਥ ਧਰੰਤਾ। ਤੇ ਮਹਾਰਾਜ ਸਾਨੂੰ ਤੁਸੀਂ ਉਹਦੇ ਨਾਲ ਲੜਾਉਣ ਨੂੰ ਫਿਰਦੇ ਹੋ ਜਿਹੜਾ ਕੱਲਾ ਨਿਹੱਥਾ ਸ਼ੇਰ ਮਾਰ ਲਵੇ, ਹਾਥੀ ਢਾਹ ਲਵੇ। ਮਹਾਰਾਜ ਅਸੀਂ ਵੇਖਿਆ ਹੋਇਆ ਜੈਤ ਪੁਰਾਣਾ ਜਦੋਂ ਗੇੜਾ ਕੱਢਣ ਆਉਂਦਾ ਹੈ ਤੇ ਉਹਦੇ ਕੋਲ ਲੋਹੇ ਦੀ ਡਾਂਗ ਸਮੇਤ ਮਹਾਰਾਜ ਇੱਕ ਬਰਸ਼ੀ ਹੱਥ ਵਿੱਚ ਪਕੜੀ ਹੁੰਦੀ ਹੈ। ਜਿਸ ਲਗ ਪਹੁੰਚ ਹੈ ਜੀਤ ਨਾ ਫੇਰ। ਕਹਿੰਦੇ ਆ ਵੀ ਜੈਤ ਪੁਰਾਣੇ ਦੀ ਇਹ ਮਸ਼ਾਲ ਹੈ ਪਾਤਸ਼ਾਹ, ਵੀ ਉਹਦੀ ਮਸ਼ਾਲ ਦਿੰਦੇ ਵੀ ਜਦੋਂ ਬਰਸ਼ੀ ਜਿੱਧਰ ਨੂੰ ਛੱਡ ਦਿੰਦਾ ਨਾ ਮਹਾਰਾਜ, ਐਡਾ ਬਲੀ ਹੈ। ਉਹ ਬੰਦਾ ਬਚਿਆ ਨਹੀਂ ਅੱਜ ਤੱਕ ਜਿਹਦੇ ਬਰਸ਼ੀ ਜੈਤ ਪੁਰਾਣੇ ਦੀ ਵੱਜ ਜਾਂਦੀ ਹੈ। ਤੇ ਮਹਾਰਾਜ ਉਹ ਬੰਦਾ ਅੱਜ ਤੱਕ ਜਿਉਂਦਾ ਨਹੀਂ ਬਚਿਆ, ਉਹ ਮੁੜ ਨਹੀਂ ਸਾਹ ਲੈਂਦਾ ਹੈ। ਐਵੇਂ ਘਲ ਹੈ ਕਮਸਾਨ ਕਨੀਰ। ਤੇ ਉਹ ਮਹਾਰਾਜ ਐਡਾ ਵੱਡੇ ਵੱਡੇ ਜੰਗ ਯੁੱਧ ਕਰਨ ਵਾਲਾ ਬੰਦਾ। ਅਸੀਂ ਮਹਾਰਾਜ ਮਈਆਂ ਚਾਰਨ ਵਾਲੇ ਤੇ ਮਸਾਂ ਰੱਜ ਕੇ ਸਾਨੂੰ ਰੋਟੀ ਨਹੀਂ ਕਦੇ ਮਿਲੀ, ਬਗਾਨੇ ਬੂਹੇ ਤੇ ਬਹਿਣ ਵਾਲੇ, ਕਿੱਥੇ ਮਹਾਰਾਜ ਅਸੀਂ ਤੇ ਕਿੱਥੇ ਐਡਾ ਵੱਡਾ ਜਰਨੈਲ ਜੈਤ ਪੁਰਾਣਾ। ਮਹਾਰਾਜ ਸਾਡੇ ਤੇ ਤਰਸ ਕਰੋ, ਇਹੋ ਜਿਹਾ ਕੰਮ ਸਾਥੋਂ ਨਹੀਂ ਹੋਣਾ ਜੀ। ਤਿਸ ਏਕਲ ਕੇ ਆਗੇ ਬ੍ਰਿੰਦ। ਮਹਾਰਾਜ ਵੀ ਉਹ ਕੱਲਾ ਹੀ ਫੌਜ ਦਾ ਨਾਮ ਹੀ ਆਵੇ ਨਾ ਜੈਤ ਪੁਰਾਣੇ ਦੀ, ਜੇ ਜੈਤ ਪੁਰਾਣਾ ਕੱਲਾ ਹੀ ਜੰਗ ਦੇ ਮੈਦਾਨ ਵਿੱਚ ਆ ਜਾਵੇ ਤਾਂ ਭਾਜਤ ਹੈ ਤਜ ਲਾਜ ਬਿਲੰਦ। ਵੱਡੇ ਸੂਰਮੇ ਕੱਲੇ ਜੈਤ ਪੁਰਾਣੇ ਦੇ ਅੱਗੇ ਭੱਜ ਪੈਂਦੇ, ਜੋੜੇ ਛੱਡ ਕੇ ਆਪਦੀ ਕੁੱਲ ਦੀ ਲਾਜ ਵੀ ਛੱਡ ਦਿੰਦੇ ਆ। ਜੈਤ ਅੰਗਾਰੀ ਹਮ ਹੈ ਕਹਾਂ। ਤੇ ਮਹਾਰਾਜ ਸਾਡੇ ਵਰਗੇ ਲੋਕ ਜੈਤ ਪੁਰਾਣੇ ਦੇ ਅੱਗੇ ਕੀ, ਅਸੀਂ ਕਦੇ ਮਹਾਰਾਜ ਕੁੱਤੀ ਦੇ ਸੋਟੀ ਨਹੀਂ ਮਾਰੀ ਤੇ ਜੰਗ ਕਿੱਥੋਂ ਲੜ ਲਵਾਂਗੇ ਜੀ। ਜਿਸ ਕੀ ਤਾਂਕ ਸੁਣੀ ਜਹ ਕਹਾਂ। ਜੈਤ ਪੁਰਾਣੇ ਦੀ ਜਿਹੜੀ ਧਾਂਸ ਹੈ ਮਹਾਰਾਜ, ਉਹਦਾ ਜਹਾਂ ਤਹਾਂ ਸੁਣੀ ਜਾਂਦੀ, ਜਿੱਥੇ ਕਿੱਥੇ ਮਹਾਰਾਜ ਸਭ ਥਾਂ ਤੇ ਜੈਤ ਪੁਰਾਣੇ ਦੀਆਂ ਗੱਲਾਂ ਹੁੰਦੀਆਂ। ਐਡਾ ਜਰਨੈਲ ਪਾਤਸ਼ਾਹ, ਸਾਡੇ ਤੋਂ ਉਹਦਾ ਮੁਕਾਬਲਾ ਨਹੀਂ ਹੋਣਾ ਹੈ। ਇਸ ਪ੍ਰਕਾਰ ਜਬ ਕਰੀ ਵੱਡਾਈ। ਜਦੋਂ ਸਾਧ ਸੰਗਤ ਜੀ ਮਹਾਰਾਜ ਕੇ ਬਜ਼ੁਰਗਾਂ ਤਰਲੇ ਪਾਏ ਮਹਾਰਾਜ ਵੀ ਐਡਾ ਕਹਿਰ ਨਾ ਕਰੋ ਵੀ ਸਾਥੋਂ ਜੈਤ ਪੁਰਾਣੇ ਨਾਲ ਨਹੀਂ ਜੇ ਲੜਿਆ ਜਾਣਾ, ਕੋਈ ਹੋਰ ਗੱਲ ਕਰੋ ਮਹਾਰਾਜ, ਵੀ ਅਸੀਂ ਨਗਰ ਰਹਿਣ ਨਹੀਂ ਦਿੰਦੇ ਵਸਾਉਣ ਨੂੰ, ਸਾਡੇ ਤੇ ਤਰਸ ਕਰੋ ਜੀ। ਸਤਿਗੁਰ ਪੁੱਛਤ ਭੇ ਤਿਨ ਤਾਈ। ਜਦੋਂ ਇਹਨਾਂ ਸਿਫਤ ਕੀਤੀ ਨਾ ਜੈਤ ਪੁਰਾਣੇ ਦੀ, ਫਿਰ ਸਾਧ ਸੰਗਤ ਜੀ ਧੰਨ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਨੇ ਇਹ ਜਿੰਨੇ ਮਹਾਰਾਜ ਕੇ ਆਏ ਹੋਏ ਬਜ਼ੁਰਗ ਸੀਗੇ, ਇਹਨਾਂ ਤੋਂ ਫਿਰ ਬਚਨ ਪੁੱਛਿਆ ਹੈ। ਕਿਸ ਕਾਰਨ ਤੇ ਵੱਡ ਬਲਵਾਨਾ। ਵੀ ਕਾਰਨ ਕੀ ਹੈ ਵੀ ਤੁਸੀਂ ਇੱਥੇ ਰਹਿੰਦੇ ਹੋ, ਸਾਨੂੰ ਇਹ ਜੈਤ ਪੁਰਾਣੇ ਦਾ ਸਾਰਾ ਜੀਵਨ ਸੁਣਾਓ ਪਿੱਛੋਂ ਲੈ ਕੇ, ਕੀ ਕਾਰਨ ਹੈ ਜਿਹਦੇ ਕਰਕੇ ਏਡਾ ਵੱਡਾ ਬਲੀ ਸੂਰਮਾ ਹੋਇਆ ਹੈ। ਭਇਓ ਜੈਤ ਕੀ ਦੇਹ ਮਹਾਨਾ। ਵੀ ਜਿਹਦੇ ਕਰਕੇ ਤੁਸੀਂ ਐਡੇ ਡਰੇ ਫਿਰਦੇ ਹੋ ਵੀ ਇਹੋ ਜੀ ਗੱਲ ਕਿਹੜੀ ਹੈ ਜੈਤ ਪੁਰਾਣੇ ਵਿੱਚ, ਸਾਨੂੰ ਵੀ ਦੱਸੋ ਖਾਂ, ਜਿਹਦੇ ਕਰਕੇ ਤੁਸੀਂ ਥਰ ਥਰ ਕੰਬਦੇ ਹੋ। ਸੋ ਹਮਕੋ ਸਭ ਦੇਹੋ ਸੁਨਾਈ। ਮਹਾਰਾਜ ਕਹਿੰਦੇ ਉਹ ਸਾਰੀ ਗੱਲ ਜੈਤ ਪੁਰਾਣੇ ਦੀ ਵੀ ਇੰਨੀ ਧੌਂਸ ਮਾਲਵੇ ਵਿੱਚ ਜੈਤ ਪੁਰਾਣੇ ਦੀ ਕਿਉਂ ਹੈ, ਕਿਉਂ ਸਾਰੇ ਇਹਦੇ ਤੋਂ ਇੰਨਾ ਡਰਦੇ ਆ, ਤਾਂ ਸਾਨੂੰ ਇਹ ਸਾਰੀ ਗੱਲ ਮੁੱਢ ਤੋਂ ਸੁਣਾਉਣਾ ਕਰੋ ਜੀ। ਜਿਸ ਤੇਰੇ ਪਪਲਾਏ ਸਮੁਦਾਈ। ਜਿਸ ਕਰਕੇ ਇਹਦੇ ਤੋਂ ਡਰ ਡਰ ਕੇ ਭੱਜਦੇ ਆ, ਜਿਸ ਕਰਕੇ ਇਹਦੇ ਅੱਗੇ ਕੋਈ ਖੜਦਾ ਨਹੀਂ, ਐਡਾ ਭਾਰੀ ਜਰਨੈਲ, ਕਿਉਂ ਇਹਦੇ ਤੋਂ ਸਾਰੇ ਡਰਦੇ ਆ, ਤੁਹਾਨੂੰ ਕੀ ਭੈ ਹੈ ਇਹਦੇ ਤੋਂ, ਸਾਰੀ ਗੱਲ ਸਾਨੂੰ ਦੱਸਣਾ ਕਰੋ ਜੀ। ਤਰਾਸ ਮਾਨੁ ਤਮ ਥਿਰ ਹੋ ਨ ਆਗੇ। ਅਸੀਂ ਜੰਗ ਲੜਾਉਣ ਨੂੰ ਫਿਰਦੇ ਆ,
ਤੁਸੀਂ ਉਹ ਜੈਤ ਪੁਰਾਣੇ ਦੇ ਅੱਗੇ ਖੜਨ ਨੂੰ ਤਿਆਰ ਨਹੀਂ, ਡਰਦੇ ਹੋ। ਬਿਨਾ ਲੜੇ ਚਾਹਤ ਹੋ ਭਾਗੇ। ਮਾਰੇ ਕਹਿੰਦੇ ਬਜ਼ੁਰਗਾਂ ਨੂੰ, ਕਹਿੰਦੇ ਵੀ ਇਹ ਹੈ ਵੀ ਬਿਨਾਂ ਲੜੇ ਤੋਂ ਹੀ ਤੁਸੀਂ ਤਾਂ ਹੁਣ ਅੱਗੇ ਲੱਗੇ ਭੱਜੇ ਚਾਹੁੰਦੇ ਹੋ, ਲੜਨ ਤੋਂ ਬਿਨਾਂ ਹੀ ਹਾਰ ਮੰਨੀ ਬੈਠੇ ਹੋ। ਤੁਮਰੋ ਬਸਬੋ ਪੀ ਕਿਮ ਹੋਏ। ਮਾਰੇ ਕਹਿੰਦੇ ਵੀ ਐਂ ਤਾਂ ਨਹੀਂ ਪਿੰਡ ਵੱਜਣਾ ਭਾਈ, ਜੇ ਵੱਜਣਾ ਤੇ ਫਿਰ ਡਾਂਗ ਖੜਕਾਉਣੀ ਪੈਣੀ। ਜੇ ਸੁੱਕੇ ਪੈਰ ਐ ਜੇ ਤੁਸੀਂ ਆਖੋ ਵੀ ਹੱਥ ਛੋੜ ਕੇ ਤੁਹਾਨੂੰ ਕੋਈ ਥਾਂ ਦੇ ਦੇਵੇ, ਫਿਰ ਤੁਸੀਂ ਭੁੱਲ ਜਾਓ, ਫਿਰ ਤਾਂ ਇਦਾਂ ਹੀ ਕੱਟੀ ਜਾਓ, ਫਿਰ ਛੱਪਰਾਂ ਵਿੱਚ ਬਹਿ ਕਰਕੇ। ਐਦਾਂ ਡਰਿਆਂ ਲੜਨ ਨੂੰ ਤੁਸੀਂ ਤਿਆਰ ਨਹੀਂ। ਤੇ ਜੈਦ ਪੁਰਾਣੇ ਵਰਗੇ ਥਾਂ ਦੱਬੀ ਹੋਈ ਹੈ, ਜਿਨ੍ਹਾਂ ਨੇ ਇਹ ਪਾਪ ਕਰ ਕਰਕੇ ਜ਼ਮੀਨ ਬਣਾਈ, ਐਡਾ ਭਾਰੀ ਇਹਨਾਂ ਨੇ ਜਿਹੜਾ ਕਬਜ਼ਾ ਕੀਤਾ। ਤੇ ਉੱਥੇ ਮਾਰੇ ਕਹਿੰਦੇ ਵੀ ਫਿਰ ਉਹ ਜੈਦ ਪੁਰਾਣੇ ਦੇ ਅੱਗੇ ਲੜੇ ਤੋਂ ਬਿਨਾਂ ਤੇ ਡਰ ਕੇ ਇੱਦਾਂ ਤਾਂ ਪਿੰਡ ਨਹੀਂ ਵਸਣਾ ਹੈ, ਫਿਰ ਤਾਂ ਛੱਪਰਾਂ 'ਚ ਹੀ ਰਹਿਣਾ ਪੈਣਾ ਹੈ। ਕਹਿ ਸਮਝਾਵੋ ਸਭ ਹੀ ਸੋਏ। ਮਹਾਰਾਜ ਕਹਿੰਦੇ ਵੀ ਜੈਤ ਪੁਰਾਣੇ ਬਾਬਤ ਸਾਨੂੰ ਸਾਰੀ ਗੱਲ ਸਮਝਾਓ ਵੀ ਕਿਉਂ ਇੰਨਾ ਤੁਸੀਂ ਡਰਦੇ ਹੋ। ਬਨ ਉਪਾਏ ਹਮ ਕਰਹਿ ਤੁਮਾਰਾ। ਫਿਰ ਤੁਹਾਡਾ ਮਾਰੇ ਕਹਿੰਦੇ ਕੋਈ ਹੱਲ ਕਰਾਂਗੇ, ਕੋਈ ਇਲਾਜ ਕਰਾਂਗੇ। ਜਹਾਂ ਬਸਾਇਓ ਗ੍ਰਾਮ ਉਧਾਰਾ। ਕਿਉਂਕਿ ਮਾਰੇ ਕਹਿੰਦੇ ਹੁਣ ਸਾਡੇ ਵੀ ਮਨ 'ਚ ਵੀ ਤੁਹਾਡਾ ਪਿੰਡ ਬਣ ਕੇ ਦੇਣਾ ਹੈ, ਅਸੀਂ ਵੀ ਤੁਹਾਡਾ ਨਗਰ ਵਸਾਇਆ ਚਾਹੁੰਦੇ ਹਾਂ। ਕਾਲਾ ਕਰਮ ਚੰਦ ਸੁਨ ਤਬੈ। ਉਹ ਸਾਧ ਸੰਗਤ ਫਿਰ ਜਿਹੜੇ ਬਜ਼ੁਰਗ ਸੀ, ਭਾਈ ਕਾਲਾ ਜੀ, ਕਰਮਚੰਦ ਜੀ, ਇਹਨਾਂ ਮਹਾਰਾਜਕਿਆਂ ਦੇ, ਫੂਲਕਿਆਂ ਦੇ, ਇਹਨਾਂ ਫਿਰ ਸੱਚੇ ਪਾਤਸ਼ਾਹ ਦੇ ਚਰਨੀ ਜੈਤ ਪੁਰਾਣੇ ਦੀ ਸਾਰੀ ਗੱਲ ਜਿਹੜੀ ਹੈ, ਉਹਦਾ ਜਿਹੜਾ ਕਹਿ ਲਓ ਜੀਵਨ ਹੈ, ਉਹ ਸਾਰਾ ਰੱਖਣਾ ਕੀਤਾ ਹੈ। ਗੁਰੂ ਟੇਕ ਚਹ ਪ੍ਰਸੰਗ ਕਹਿ ਸਬੈ। ਇਹ ਹੁਣ ਸਾਰਾ ਪ੍ਰਸੰਗ ਗੁਰੂ ਹਰਿ ਰਾਇ ਸਾਹਿਬ, ਸੱਚੇ ਪਾਤਸ਼ਾਹ, ਦੀਨ ਦਿਆਲ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਤਾਈਂ ਇਹਨਾਂ ਨੇ ਬਜ਼ੁਰਗਾਂ ਨੇ ਸਾਧ ਸੰਗਤ ਜੀ ਫਿਰ ਜੈਤ ਪੁਰਾਣੇ ਦਾ ਸਾਰਾ ਪ੍ਰਸੰਗ ਜਿਹੜਾ ਸੀ ਉਹ ਸੁਣਾਉਣਾ ਕੀਤਾ। ਤੇ ਜਿਵੇਂ ਫਿਰ ਅੱਗੇ ਗੁਰੂ ਹਰਿ ਰਾਇ ਸਾਹਿਬ ਨੇ ਜੈਤ ਪੁਰਾਣੇ ਦਾ ਜੀਵਨ ਜੋ ਕੁਝ ਹੈ, ਜਿੱਦਾਂ ਦਾ ਉਹ ਹੈ ਸੀ, ਉਹ ਸਾਰਾ ਸੁਣਿਆ। ਫਿਰ ਜਿਵੇਂ ਅੱਗੇ ਨੀਤੀ ਬਣਾਈ ਪਾਤਸ਼ਾਹ ਨੇ, ਉਹ ਫਿਰ ਜਿਵੇਂ ਇਹਨਾਂ ਦੇ ਹੱਥੋਂ ਮਰਵਾਇਆ ਜਿਹੜਾ ਜੈਤ ਪੁਰਾਣੇ ਵਰਗੇ ਤੜੇ ਹੋਏ ਹੰਕਾਰੀ ਨੂੰ, ਤੇ ਉਹ ਸਾਰਾ ਪ੍ਰਸੰਗ ਸਾਧ ਸੰਗਤ ਜੀ ਅਗਲੇ ਦੀਵਾਨ ਵਿੱਚ ਜਿਵੇਂ ਮਹਾਰਾਜ ਨਗਰ ਬੱਝਾ, ਉਹ ਆਪਾਂ ਰਲ ਮਿਲ ਕਰਕੇ ਵਿਚਾਰਾਂਗੇ, ਪੜ੍ਹਾਂਗੇ, ਸੁਣਾਂਗੇ। ਇੱਥੇ ਸਮਾਪਤਾ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ। ਗਰੀਬ ਨਵਾਜ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਸਰਬੱਤ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹੈ ਮੇਲੇ। ਪੁਨ ਉਪਾਏ ਹਮ ਕਰਹਿ ਤੁਮਾਰਾ। ਚਹ ਬਸਾਇਓ ਗ੍ਰਾਮ ਉਦਾਰਾ। ਕਾਲਾ ਕਰਮ ਚੰਦ ਸੁਨ ਤਬੈ। ਗੁਰੂ ਟੇਕ ਚਹ ਪ੍ਰਸੰਗ ਕਹਿ ਸਬੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।